ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਬਖਸ਼ਿੰਦ ਪਰਵਰਦਗਾਰ श्री गुरु ग्रंथ साहिब सच्चे पातशाह जी की पावन गोद विच सुभाएमान होके शाम दे दीवाना दे आप जी आनंद प्राप्त कर रहे हो। आओ जिन्ना भी समा सतगुरां दी मेहर द्वारा प्राप्त हो रहा है, गुरु चरनां दे लेखे लाइए। सतगुरां दे रबी उपदेश दे विचों आप जी ने कल सरवण कीता सी। तन दी चोरी ते मन दी चोरी। सदा सच बोलना है, कदे झूठ जीवन विच नहीं कमाउणा। यम दा फिर अगला हिस्सा सी ब्रह्मचर्ज। ब्रह्मचर्ज किवें 8 प्रकार दा काम हो के वरतदा है। बड़े विस्तार सहित सरवण करके आप जी ने आनंद माणे है। आओ कुछ समा मन चित बिरतियां नूं एकाग्र चित बनाइए। प्रेम दी पाओ सांझ आसीस बख्शो। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। इन साबिन को त्यागे जे ब्रह्मचर्य धारत हैं ते। सृष्टि दे मालक गुरु नानक साहिब जी महाराज संगला दीप दे राजे शिवनाभ दे ताई धर्मशाला विच सज के ये उपदेश वर्णन कर रहे ने। सतगुरां दा एक एक अमृत बचन बहुमुल्ला है। राजा शिवनाभ जिथे सुन के मनदा है, जीवन विच धारण करदा है, उत्थे उहदे विद्वान लिख भी रहे ने। साहब कहंदे ये है ब्रह्मचर्ज। ब्रह्मचर्ज केवल एक ब्रह्म ज्ञानी दे पास हुंदा है। दुनियावी तौर ते जति होण दे नाल कुछ नहीं होना। बाणी ने लिखिया ना, बिंद राख क्यों तरीए भाई, खुसरे क्यों ना परमगत पाई। बिंद बीरज दे रोकिया तो जे कोई धर्मात्मा बनता है, साधु बनता है, कहते फिर खुसरिया नूं मुक्ति क्यों नहीं मिली। वो तो बिंद नहीं बहाउंदे। फिर एक बचन होर गुरु साहब इस दे परथाई लिखते आ, जति कहावै जुगत न जाने, छड्ड बह घर बार। कहते जति बनया फिरदा ब्रह्मचर्ज दी जुगती नहीं जानदा, घर बार छड्ड के तुरिया फिरदा फायदा की है। मनुख ने सोचिया शायद सरीरक संबंधां नूं ही काम कहिंदे आ। मर्द कहंदे नहीं, तेरियां अखां काम च डुब्बियां, तेरे कन्न डुब्बे, तेरी नासका डुब्बी है, तेरी चमड़ी डुब्बी हुई है, ते तेरा मन डुब्बिया होया है। 8 प्रकार दा काम हर व्यक्ति चों उपजदा है। कहंदे जिहड़े ब्रह्मचर्ज नूं धारण करदे ने वो 8 प्रकार दे काम तो सदा ही दूर रहिंदे आ। अखां दे नाल बुरा वेखदे नहीं, पराया रूप ही नहीं वेखदे। पर दुनिया कित्थे खड़ी है। भाई गुरदास लिखदे, अखी वेख न रजियां
ਬਹੁ ਰੰਗ ਤਮਾਸੇ। ਕਹਿੰਦੇ ਅੱਖਾਂ ਜਿਹੜੀਆਂ ਨਹੀਂ ਰੱਜੀਆਂ ਤੇ ਨਾ ਰੱਜਣੀਆਂ ਨੇ, ਬਹੁਤੇ ਰੰਗ ਤਮਾਸ਼ੇ ਵੇਖ ਕੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਇਹਨਾਂ ਕੰਨਾਂ ਨੇ ਬੜੀਆਂ ਕਿਲਕਾਰੀਆਂ ਸੁਣੀਆਂ, ਬੜੇ ਹੱਸ ਸੁਣੇ, ਬੜੇ ਰੋਣੇ ਸੁਣੇ, ਨਹੀਂ ਰੱਜਿਆ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਦਵਾਸੇ। ਬੁੱਢਾ ਹੋ ਗਿਆ ਪਰ ਨੱਕ ਅਜੇ ਵੀ ਮਹਿਕਾਂ ਖਿਲਾਰਦਾ, ਕੌਣ ਲੰਘਿਆ ਤੇ ਕਿਹੜੀ ਲੰਘੀ ਹੈ, ਅੱਜ ਵੀ ਨੱਕ ਦੱਸਦਾ ਹੈ। ਜੀਭ ਨਹੀਂ ਰੱਜਦੀ ਪਦਾਰਥਾਂ ਕਰਕੇ। ਪਦਾਰਥ ਕਿਹੜੇ ਆ? ਸੱਜਣਾ ਨਾਲ ਬਹਿ ਕੇ ਖਾਣੇ। 8 ਪ੍ਰਕਾਰ ਦੇ ਕਾਮ ਦੇ ਵਿੱਚ ਫਸਿਆ ਹੋਇਆ ਮਨੁੱਖ ਰੱਬ ਨੂੰ ਕਦੇ ਚੇਤੇ ਕਰ ਹੀ ਨਹੀਂ ਸਕਦਾ। ਇਹ ਗਰੰਟੀ ਹੈ। ਤੇ ਸਾਡੇ ਵਿੱਚ ਤੇ ਕੁੱਟ-ਕੁੱਟ ਕੇ ਭਰਿਆ ਸੀ ਤੇ ਕਹਿੰਦੇ ਆ ਸਾਡੇ ਵਰਗਾ ਤੇ ਬ੍ਰਹਮ ਗਿਆਨੀ ਕੋਈ ਨਹੀਂ, ਮੇਰੇ ਜਿੰਨਾ ਕੋਈ ਪਾਠ ਨਹੀਂ ਕਰਦਾ। ਇਹ ਸੁਣ ਕੇ ਛੱਡ ਦੇਣਾ? ਨਹੀਂ। ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਅਸੀਂ ਤੇ ਨੇੜੇ ਤੇੜੇ ਵੀ ਤੇਰੀ ਸਿੱਖੀ ਦੇ ਨਹੀਂ ਆ, ਪਰ ਕਿਰਪਾ ਤੁਸੀਂ ਆਪ ਕਰਨੀ। ਤੁਸੀਂ ਤੇ ਪਿੰਗਲੇ ਨੂੰ ਪਹਾੜ ਚਾੜ ਦਿੰਦੇ ਹੋ, ਤੁਸੀਂ ਤੇ ਪਾਪੀਆਂ ਨੂੰ ਪੁੰਨੀ ਬਣਾ ਦਿੰਦੇ ਹੋ। ਇੱਥੇ ਵੱਡੇ ਵੱਡੇ ਲੋਕ ਸਦਨੇ ਕਸਾਈ ਵਰਗੇ ਤੇਰਾ ਰੂਪ ਹੋ ਗਏ, ਕਿਰਪਾ ਕਰੀਏ। ਗੁਰੂ ਬਾਬਾ ਜੀ ਕਹਿੰਦੇ ਰਾਜਨ ਤੂੰ ਰਾਜਾ ਹੈ, ਰਾਸ ਲੀਲਾ ਕਰਦਾ ਰਹਿੰਦਾ ਹੈ। ਇਸ 8 ਪ੍ਰਕਾਰ ਦੇ ਕਾਮ ਤੋਂ ਤੂੰ ਸਦਾ ਹੀ ਬਚਣਾ ਹੈ, ਕਿਉਂਕਿ ਜੇ ਮਨ ਵਿਹਲਾ ਹੋਊ ਇਹਨਾਂ ਕੰਮਾਂ ਤੋਂ ਤਾਈਓ ਰੱਬ ਨੂੰ ਚੇਤੇ ਕਰੂ। ਮਨ ਤੇ ਔਰਤਾਂ ਦੇ ਖਿਆਲਾਂ 'ਚ ਡੁੱਬਿਆ ਫਿਰਦਾ ਹੈ। ਔਰਤਾਂ ਦੇ ਖਿਆਲ ਮਰਦਾਂ ਦੇ ਵਿੱਚ ਨੇ। ਹਰ ਵੇਲੇ ਸ਼ੀਸ਼ੇ ਅੱਗੇ ਖੜੇ ਰਹਿਣਾ, ਹਰ ਵੇਲੇ ਸੁਰਤ ਵਿੱਚ ਸੋਚ ਵਿੱਚ ਕੋਈ ਨਾ ਕੋਈ ਤੁਰਿਆ ਫਿਰਦਾ ਹੈ। ਰੱਬ ਕਿੱਥੋਂ ਚੇਤੇ ਆਏਗਾ? ਕਾਮ ਕਦੋਂ ਉਪਜਦਾ ਹੈ? ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਆ ਨਾ, ਉਹ ਸਾਨੂੰ ਬਾਰ-ਬਾਰ ਕਹਿੰਦਾ ਤੂੰ ਵਿਹਲਾ ਕਿਉਂ ਬੈਠਾ, ਕਰ ਕੁਛ। ਜਦੋਂ ਅਸੀਂ ਵਿਹਲੇ ਹੋਈਏ ਨਾ, ਫਿਰ ਜਿੰਨਾ ਚੀਜ਼ਾਂ 'ਚ ਸਾਡਾ ਮਨ ਫਸਿਆ ਸਾਨੂੰ ਉਹਨਾਂ ਦੀ ਯਾਦ ਆਉਂਦੀ ਹੈ, ਚੇਤੇ ਆਉਂਦੀ। ਕਿਸੇ ਦਾ ਪੁੱਤ ਨਾਲ ਬਹੁਤਾ ਮੋਹ ਆ, ਉਹਨੂੰ ਪੁੱਤ ਦਾ ਹੀ ਚੇਤਾ ਆਉਂਦਾ ਰਹਿੰਦਾ ਹੈ। ਕਿਸੇ ਦਾ ਆਪਣੇ ਸੱਜਣ ਨਾਲ ਪਿਆਰ, ਉਹਨੂੰ ਸੱਜਣ ਦੇ ਹੀ ਖਿਆਲ ਆਉਂਦੇ ਰਹਿੰਦੇ ਆ। ਕਿਸੇ ਦੇ ਅੰਦਰ ਪਾਪ ਚੱਲਦਾ, ਵਿਹਲਾ ਬੈਠਾ ਸੋਚੀ ਜਾਂਦਾ ਠੱਗੀ ਕਿੱਦਾਂ ਮਾਰਨੀ ਹੈ, ਇਹਨੂੰ ਕਿੱਦਾਂ ਲੁੱਟਣਾ, ਪਤਾ ਵੀ ਨਾ ਲੱਗੇ। ਕਿਉਂਕਿ ਸਾਡਾ ਅੰਦਰ ਦਾ ਚੇਤਨ ਮਨ ਕਹਿੰਦਾ ਹੈ ਤੂੰ ਵਿਹਲਾ ਕਿਉਂ ਹੈ। ਤੇ ਜਿਹਦਾ ਮਨ ਰੱਬ ਨਾਲ ਜੁੜਿਆ ਜੀ, ਉਹ ਵਿਹਲਾ ਰਹਿ ਸਕਦਾ ਹੈ। ਚੇਤਨ ਮਨ ਕਹਿੰਦਾ ਕਿਉਂ ਵਿਹਲਾ ਬੈਠਾ, ਤੇਰਾ ਕਾਰਜ ਕੀ ਸੀ? ਫਿਰ ਉੱਥੇ ਮਨ ਕਹਿੰਦਾ ਹੈ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪਰਾਣੀ। ਇਸ ਮਨ ਨੂੰ ਸਮਝ ਆਈ ਮੈਂ ਤੇ ਬਾਣੀ ਸੁਣਨ ਤੇ ਪੜਨ ਵਾਸਤੇ ਆਇਆ, ਮੇਰਾ ਤੇ ਜੀਵਨ ਭਗਤੀ ਵਾਸਤੇ ਹੈ। ਕਹਿੰਦੇ ਹੁਣ ਇਹਦੀ ਲੇਵ ਉੱਥੇ ਲੱਗੀ ਹੈ, ਇਹ ਉੱਠਦਾ ਵੀ ਵਾਹਿਗੁਰੂ ਕਹਿੰਦਾ, ਸੌਂਦਾ ਵੀ ਵਾਹਿਗੁਰੂ ਕਹਿੰਦਾ, ਸੁਪਨੇ ਵਿੱਚ ਪਿਆ ਵੀ ਇਹ ਪਾਠ ਕਰੀ ਜਾਂਦਾ। ਬੜੇ ਤੁਹਾਡੇ 'ਚ ਗੁਰਮੁਖ ਹੋਣੇ ਜਿਹੜੇ ਸੁੱਤੇ ਪਏ ਕਥਾ ਵੀ ਸੁਣਦੇ ਆ, ਚੌਪਈ ਸਾਹਿਬ ਦਾ ਪਾਠ ਵੀ ਕਰਦੇ ਆ, ਜਪਜੀ ਦਾ ਜਾਪ ਵੀ, ਗੁਰੂ ਘਰਾਂ 'ਚ ਘੁੰਮਦੇ ਰਹਿੰਦੇ ਆ। ਤੁਹਾਡੀ ਸੁਰਤ ਜਾਏਗੀ ਉੱਥੇ ਸੁਪਨੇ ਵਿੱਚ ਜਿੱਥੇ ਤੁਹਾਡਾ ਖਿਆਲ ਹੋਏਗਾ, ਜੋ ਤੁਸੀਂ ਸਾਰਾ ਦਿਨ ਸੋਚਦੇ ਹੋ। ਅੱਜ ਦਾ ਵਿਗਿਆਨ ਕਹਿੰਦਾ ਹੈ ਇੱਕ ਤੰਦਰੁਸਤ ਬੰਦਾ ਦਿਨ ਦੇ ਵਿੱਚ 60,000 ਖਿਆਲ ਪ੍ਰਗਟ ਕਰਦਾ ਹੈ। ਇੰਨੀਆਂ ਵਿਚਾਰਾਂ, ਇੰਨੇ ਖਿਆਲ ਆਉਂਦੇ 60,000, ਇੱਕ ਅੱਧਾ ਨਹੀਂ। 24,000 ਸਵਾਸ 24 ਘੰਟਿਆਂ 'ਚ ਲੈ ਰਹੇ ਆ, 1 ਘੰਟੇ 'ਚ 1,000 ਸਾਹ। ਤੇ ਖਿਆਲ ਕਿੰਨੇ ਆ ਜੀ? 60,000। ਰੇਸ਼ੋ ਕੱਢੀ ਹੈ, ਵੱਧ ਵੀ ਹੋ ਸਕਦੇ ਆ, ਘੱਟ ਵੀ ਹੋ ਸਕਦੇ। ਤੇ ਜਿਸ ਬੰਦੇ ਅੰਦਰ ਇੰਨੇ ਖਿਆਲ ਚੱਲਦੇ ਜੀ, ਉਹ ਰੱਬ ਦਾ ਖਿਆਲ ਕਿਵੇਂ ਕਰ ਲੂਗਾ? ਕਿੰਨਾ ਪਰੇਸ਼ਾਨ ਹੋਣਾ। ਸਾਹਿਬ ਕਹਿੰਦੇ ਤੂੰ ਬ੍ਰਹਮਚਰਜ ਵਿੱਚ ਪੱਕਾ ਹੋ ਕੇ ਵੇਖ, ਤੇਰਾ ਮਨ ਸ਼ਾਂਤ ਹੋਵੇਗਾ। ਪੰਚਮ ਜਮ ਹੈ ਧੀਰਜ ਕਰਨੀ। 5ਵਾਂ ਰੂਪ ਹੈ ਯਮ ਦਾ, ਧੀਰਜ ਰੱਖਣਾ। ਧੀਰਜ ਬੜਾ ਔਖਾ ਹੈ ਕਰਨਾ। ਅੱਖਾਂ ਸਾਹਮਣੇ ਧੀ ਪੁੱਤ ਤੇ ਬਿਪਤਾ ਆਈ ਹੋਵੇ, ਕੌਣ ਕਰਦਾ ਧੀਰਜ? ਕੀਤਾ ਸੀ ਧੀਰਜ ਬਾਬਾ ਬੰਦਾ ਸਿੰਘ ਬਹਾਦਰ ਨੇ, ਪੁੱਤ ਦਾ ਕਾਲਜਾ ਮੂੰਹ ਵਿੱਚ ਪਾਇਆ, ਉਹ ਸੀ ਧੀਰਜ। ਧੀਰਜ ਕੀਤਾ ਸੀ ਇਸ ਕੌਮ ਦੀਆਂ ਮਾਵਾਂ ਨੇ, ਸਵਾ ਮਣ ਦੇ ਪੀਸਣ ਪੀਸੇ। 5 4 ਮਹੀਨੇ ਦੇ ਬੱਚੇ ਜਿਹੜੇ ਛਾਤੀਆਂ ਦਾ ਦੁੱਧ ਪੀਣ ਵਾਲੇ ਸੀ, ਛਾਤੀਆਂ ਸੁਕਾ ਦਿੱਤੀਆਂ, ਪੱਥਰ ਰੱਖ 24 ਘੰਟੇ। ਲੂਣ ਦਾ ਪਾਣੀ ਪਿਲਾਇਆ ਜਾਂਦਾ ਹੈ, ਬੱਚਿਆਂ ਦੀਆਂ ਆਂਦਰਾਂ ਕੱਢੀਆਂ, ਜਿਉਂਦਿਆਂ ਨੂੰ ਨੇਜਿਆਂ ਦੇ ਉੱਤੇ ਸੁੱਟ ਕੇ ਮੋਤੀਆਂ ਵਾਂਗ ਪਰੋਇਆ, ਟੁਕੜੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ, ਉਹ ਸੀ ਧੀਰਜ। ਅਸੀਂ ਤੇ 2 ਮਿੰਟ ਲਾਈਟਾਂ ਤੇ ਖੜੇ ਹੋਈਏ, ਮੈਂ ਵੀ ਵਿੱਚ ਹੀ ਹਾਂ, ਪਾਂ ਪਾਂ ਪੀ ਪੀਓ, ਪਰਾਂ ਹੋ ਜਾ, ਮਰ ਗਿਆ, ਤੈਨੂੰ ਦਿਸਦਾ ਨਹੀਂ ਕੁਛ। ਹੈ ਧੀਰਜ? ਬਿਲਕੁਲ ਨਹੀਂ ਹੈ।
ਸਤਿਗੁਰ ਕਹਿੰਦੇ ਸਾਧੂ ਦੇ ਵਿੱਚ ਸਭ ਤੋਂ ਵੱਡਾ ਧੀਰਜ ਹੋਣਾ ਚਾਹੀਦਾ ਹੈ। ਇਹ ਪੰਜਵਾਂ ਗੁਣ ਹੈ ਯਮ ਦਾ, ਕਿਉਂਕਿ ਯਮ ਪਹਿਲਾਂ ਚੱਲ ਰਿਹਾ, ਦੂਜਾ ਨੇਮ ਆਏਗਾ। ਯਮ ਦੇ ਵਿੱਚ ਕਹਿੰਦੇ ਪੰਜਵਾਂ ਗੁਣ ਇਹ ਸਿੱਖ ਨੇ ਸਿੱਖਿਆ ਏ, ਜੀਵਨ ਵਿੱਚ ਧੀਰਜ ਹੋਵੇ। ਦੁੱਖ ਸੁਖ ਸਦਾ ਸਹੇ ਸਮ ਧਰਨੀ। ਹੁਣ ਧੀਰਜ ਹੋਵੇ ਕਿਹਦੇ ਵਰਗਾ ਜੀ? ਧਰਤੀ ਵਰਗਾ। ਧਰਤੀ ਦਾ ਧੀਰਜ ਪਤਾ ਕਿੰਨਾ ਵੱਡਾ ਹੈ? ਇਹਦੇ ਤੇ 7 ਸਮੁੰਦਰ, ਅਰਬਾਂ ਸ਼੍ਰਿੰਖਲਾ ਨੇ ਪਹਾੜਾਂ ਦੀਆਂ, ਅਣਗਿਣਤ ਜੰਗਲ ਐਮਾਜ਼ੋਨ ਵਰਗੇ ਜਿਹੜੇ ਲੱਖਾਂ ਲੱਖਾਂ ਹੈਕਟੇਅਰ ਦੇ ਵਿੱਚ ਨੇ। ਪਤਾ ਨਹੀਂ ਕਿੰਨੀਆਂ ਕੁ ਕੋਠੀਆਂ, ਬੰਗਲੇ, ਕਾਰਾਂ, ਬਿਲਡਿੰਗਾਂ, ਕੀ ਕੁਛ ਇਹਦੇ ਤੇ ਬਣਿਆ ਹੈ। ਕਦੇ ਧਰਤੀ ਡੋਲੀ? ਇਹਦੀ ਛਾਤੀ ਪਾੜ ਕੇ ਬੋਰਵੈਲ ਕਰ ਦਿਓ, ਖੂਹ ਪੱਟ ਦਿਓ, ਕਦੇ ਚੀਕ ਨਹੀਂ ਮਾਰਦੀ, ਕਦੇ ਮਾੜਾ ਨਹੀਂ ਕਹਿੰਦੀ। ਭਾਵੇਂ ਖੂਹ ਪਾਣੀ ਦਾ ਲਾ ਦਿਓ, ਭਾਵੇਂ ਉਹ 'ਚ ਗੰਦਗੀ ਸੁੱਟ ਦਿਓ, ਤਾਂ ਵੀ ਇਹਨੂੰ ਫਰਕ ਕੋਈ ਨਹੀਂ। ਇਸ ਧਰਤੀ ਦੀਆਂ ਆਂਦਰਾਂ ਚੀਰ ਚੀਰ ਕੇ ਨਹਿਰਾਂ ਬਣਾ ਦਿਓ, ਕਦੇ ਰੌਲਾ ਨਹੀਂ ਪਾਉਂਦੀ। ਬਲਾਸਟ ਕਰ ਦਿਓ, ਖਾਨਾਂ 'ਚੋਂ ਕੁਛ ਵੀ ਕੱਢ ਲਓ, ਧਰਤੀ ਮਾੜਾ ਕਹਿੰਦੀ ਕਿਸੇ ਨੂੰ? ਨਹੀਂ। ਸਤਿਗੁਰ ਕਹਿੰਦੇ ਸਿੱਖ ਦਾ ਧੀਰਜ ਧਰਤੀ ਵਰਗਾ ਹੋਵੇ। ਦੁੱਖ ਸੁੱਖ, ਖੁਸ਼ੀ ਗਮੀ, ਗਰਮੀ ਤੇ ਸਰਦੀ, ਸਹਿਨਸ਼ੀਲਤਾ ਸਾਡੇ 'ਚ ਹੈ। ਸਰਦੀ ਆ ਜੇ ਅਸੀਂ ਤਾਂ ਮਾਣਨੀ, ਹਾਏ ਓਏ ਠੰਡ ਲੱਗਦੀ ਹੈ, ਬੜੀ ਰੱਬਾ ਠੰਡ ਕਰਾਈ ਹੋਈ ਹੈ। ਤੇ ਜੇ ਗਰਮੀ ਆ ਗਈ, ਗਰਮੀ 'ਚ ਖੁਸ਼ ਹਾਂ? ਕਹਿੰਦੇ ਗਰਮੀ ਨਹੀਂ ਪੈਣੀ ਚਾਹੀਦੀ, ਮਰਗੇ ਲੱਗਦੀ ਉਹ ਨਹੀਂ ਹੈ, ਐਡੀ ਭੈੜੀ ਗਰਮੀ। ਜੇ ਮੀਂਹ ਪੈਣ ਲੱਗ ਗਿਆ ਤਾਂ ਦੁਖੀ ਹਟਦਾ ਹੀ ਨਹੀਂ ਹੈ। ਤੇ ਨਾ ਪਿਆ ਕਹਿੰਦੇ ਰੱਬਾ ਲੋੜਾ ਆਇਆ, ਹੱਦ ਹੋ ਗਈ, ਮੀਂਹ ਨਹੀਂ ਪੈਂਦਾ। ਖੁਸ਼ ਹੈ ਬੰਦਾ ਕਿਸੇ ਪਾਸੇ? ਕੋਈ ਇੱਕ ਚੀਜ਼ ਦੱਸ ਦਿਓ ਸੰਤੁਸ਼ਟ ਹੋਵੇ। ਧੁੱਪ ਚੜੇ ਤਾਂ ਚੀਕਾਂ ਮਾਰਦੇ ਫਿਰਦੇ ਆ, ਹਾਏ ਹਾਏ ਅੰਤਾਂ ਦੀ ਗਰਮੀ, ਧੁੱਪ ਪੈਂਦੀ ਹੈ, ਬੱਦਲ ਰਵੇ 4 ਦਿਨ, ਕਹਿੰਦੇ ਲੈ ਰੱਬ ਨੇ ਪਤਾ ਨਹੀਂ ਕੀ ਕੀਤਾ ਹੋਇਆ, ਰੋਜ਼ ਹੀ ਬੱਦਲ ਰਹਿੰਦਾ ਹੈ। ਕੋਈ ਇੱਕ ਥਾਂ ਤੇ ਹੋਵੇ ਨਾ ਜਿੱਥੇ ਬੰਦਾ ਖੁਸ਼ ਹੈ। ਸਤਿਗੁਰ ਕਹਿੰਦੇ ਅੰਦਰ ਧੀਰਜ ਰੱਖਣਾ ਪੈਣਾ ਹੈ। ਅੰਤਾਂ ਦਾ ਦੁੱਖ ਵੀ ਤਾਨੇ ਉੱਤੇ ਆ ਗਿਆ ਤਾਂ ਵੀ ਵਾਹਿਗੁਰੂ। ਜੇ ਭੁੱਖ ਦੇਹਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਤੂੰ ਭੁੱਖਾ ਰੱਖੇਗਾ ਤਾਂ ਵੀ ਤੇਰਾ ਸ਼ੁਕਰ ਕਰਦੇ ਆ। ਇੱਕ ਦਿਨ ਰੋਟੀ ਨਾ ਖਾਧੀ ਹੋਵੇ, ਸਾਰਾ ਟੱਬਰ ਸਿਰ ਤੇ ਚੁੱਕਿਆ ਹੁੰਦਾ, ਹਾਏ ਹਾਏ ਮੈਂ ਰੋਟੀ ਨਹੀਂ ਖਾਧੀ। ਉਹ ਕਹਿੰਦੇ ਲੈ ਮੁੰਡੇ ਨੇ ਰੋਟੀ ਨਹੀਂ ਖਾਧੀ, ਬਣਾ ਲਾ ਭੈਣੇ, ਸਵੇਰ ਦਾ ਭੁੱਖਾ ਤੁਰਿਆ ਫਿਰਦਾ। ਚੁੱਕ ਲਿਆ ਨਾ ਸਿਰ ਤੇ ਸਾਰਾ। ਪਰ ਧੀਰਜ ਐਸਾ ਹੋਵੇ, ਕਹਿੰਦੇ ਹੱਥਾਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਕੱਟ ਵੱਢ ਹੋ ਜੇ, ਰੋਲਾ ਨਹੀਂ ਹੈ, ਹੰਝੂ ਨਹੀਂ ਵਹਾਉਣਾ, ਆਪਣਾ ਤੁਰ ਗਿਆ ਗਮ ਨਹੀਂ ਕਰਨਾ। ਸੁੱਖ ਬਹੁਤੇ ਆ ਗਏ ਤੇ ਖੁਸ਼ ਬਹੁਤਾ ਨਹੀਂ ਹੋਣਾ, ਕਹਿੰਦੇ ਉਹ 'ਚ ਵੀ ਧੀਰਜ ਰੱਖਣਾ ਹੈ। ਇੱਥੇ ਵੱਡੇ ਵੱਡੇ ਲੋਕ ਵੇਖੇ ਆ, ਬਹੁਤੀ ਖੁਸ਼ੀ ਨਹੀਂ ਝੱਲੀ ਗਈ, ਅਟੈਕ ਹੋ ਗਿਆ, ਚਾਈ ਇੰਨਾ ਚੜਿਆ ਬੇਹੋਸ਼ ਹੋ ਕੇ ਡਿੱਗ ਪਏ, ਦੁੱਖ ਐਡਾ ਆਇਆ ਤਾਂ ਬੇਸੁੱਧ ਹੋ ਗਏ। ਮਤਲਬ ਇਹ ਦੁੱਖਾਂ ਦਾ ਰਾਹ ਏ। ਕਹਿੰਦੇ ਧੀਰਜ ਹੌਸਲਾ ਰੱਬ ਦੇ ਪਿਆਰਿਆਂ ਵਿੱਚ ਹੋਣਾ ਚਾਹੀਦਾ। ਧਰਤੀ ਵਰਗਾ, ਧਰਤੀ ਤੇ ਭੁਚਾਲ ਆ ਜਾਣ, ਦਰਿਆ ਚੜ੍ਹ ਕੇ ਸਮੁੰਦਰ ਆ ਜਾਣ, ਲਬਾ ਲਬ ਮੀਂਹ ਪੈ ਜੇ, ਅੰਤਾਂ ਦੀ ਹੋੜ ਮੱਚ ਜੇ, ਹੋਰ ਪੈ ਜੇ, ਕੁਛ ਨਹੀਂ ਕਹਿੰਦੀ, ਸ਼ਾਂਤ ਰਹਿੰਦੀ ਹੈ। ਠੰਡ ਦੀ ਬਰਫ਼ ਪੈ ਜੇ ਤਾਂ ਨਹੀਂ ਮਾੜਾ ਕਹਿੰਦੀ ਕਿਸੇ। ਇਹਦੇ ਉੱਤੇ ਸਮੁੰਦਰਾਂ ਦੇ ਸਮੁੰਦਰ ਖੜੇ ਰਹਿਣ ਤਾਂ ਰੌਲਾ ਨਹੀਂ ਪਾਉਂਦੀ। ਬਹੁਤੀ ਗਰਮੀ ਦੇ ਨਾਲ ਸੋਕਾ ਪੈ ਜੇ ਤਾਂ ਇਹਨੇ ਕਦੇ ਮਾੜਾ ਨਹੀਂ ਕਿਹਾ। ਸਤਿਗੁਰ ਕਹਿੰਦੇ ਧਰਤੀ ਵਰਗਾ ਧੀਰਜ ਹੋਵੇ। ਖੋਦ ਖੂਦ ਧਰਤੀ ਸਹੈ, ਕਾਟ ਕੂਟ ਬਨਰਾਏ। ਕਹਿੰਦੇ ਜੰਗਲ ਕਦੇ ਰੌਲਾ ਨਹੀਂ ਪਾਉਂਦੇ, ਜਿੰਨੇ ਮਰਜ਼ੀ ਕੱਟੀ ਵੱਢੀ ਜਾਓ, ਧਰਤੀ ਨੂੰ ਜਿੰਨਾ ਮਰਜ਼ੀ ਖੋਜੋ, ਇਹਦੇ ਵਰਗਾ ਧੀਰਜ ਕਿਸੇ ਵਿੱਚ ਨਹੀਂ। ਸਿੱਖ ਦਾ ਜੀਵਨ ਧਰਤੀ ਵਰਗਾ ਹੋਵੇ। ਕਿਉਂ ਧਰਤੀ ਵਰਗਾ ਕਿਉਂ ਕਿਹਾ? ਬਾਣੀ ਦਾ ਜਵਾਬ ਦਿੰਦੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਕਿਉਂਕਿ ਧਰਤੀ ਮਾਂ ਹੈ। ਮਾਂ ਦੇ ਕੋਲੋਂ ਧੀਰਜ ਕਰਨਾ ਸਿੱਖ। ਮਾਂ ਦਾ ਧੀਰਜ ਦੁਨਿਆਵੀ ਤੌਰ ਤੇ ਕਿੰਨਾ ਵੱਡਾ ਹੈ। ਮਾਂ ਨੂੰ ਪਤਾ ਹੈ ਮੇਰੇ ਕੋਖ ਵਿੱਚ ਬੱਚਾ ਹੈ, 9 ਮਹੀਨੇ ਪਾਲਿਆ। ਦੁਨਿਆਵੀ ਤੌਰ ਤੇ ਨਾ ਸੀ ਇੱਕ ਕੋਈ ਭਾਰੀ ਚੀਜ਼ 9 ਘੰਟੇ ਨਹੀਂ ਚੁੱਕ ਸਕਦੇ। ਧੀਰਜ ਹੈ ਬਹੁਤ ਵੱਡਾ ਮਾਂ ਦਾ, ਬੇਸ਼ੱਕ ਮੋਹ ਕਰਕੇ ਜੁੜਿਆ। ਫਿਰ ਉਸ ਮਾਂ ਨੂੰ ਪਤਾ ਇਸ ਬੱਚੇ ਨੂੰ ਵੱਡਾ ਹੋਣ ਵਾਸਤੇ 4 ਤੋਂ 5 ਸਾਲ ਮੈਨੂੰ ਪਰਛਾਵਾਂ ਬਣ ਕੇ ਰਹਿਣਾ ਪੈਣਾ। ਦਿਨ ਹੋਵੇ ਰਾਤ ਹੋਵੇ, ਉਹ ਪਤੀ ਬਾਰੇ ਨਹੀਂ ਸੋਚਦੀ, ਬੱਚੇ ਦਾ ਹੀ ਖਿਆਲ ਹੈ। ਜਦ ਤੱਕ ਬੱਚਾ ਨਹੀਂ ਸੀ ਉਦੋਂ ਪਤੀ ਦਾ ਖਿਆਲ ਸੀ। ਹੁਣ ਬੱਚਾ ਛੋਟਾ ਝੋਲੀ ਵਿੱਚ ਹੈ, ਹੁਣ ਪਤੀ ਚੇਤੇ ਨਹੀਂ ਆਉਂਦਾ ਕਿੱਥੇ ਕੀ ਕਰਦਾ ਹੈ, ਉਹਦਾ ਹੀ ਫਿਕਰ ਹੈ। ਕਿੱਡਾ ਵੱਡਾ ਧੀਰਜ ਹੈ ਇੱਕ ਮਾਂ ਦਾ। 8-10 ਸਾਲਾਂ ਤੱਕ ਬੱਚੇ ਨੂੰ ਸਬਰ ਨਾਲ ਪਾਲਦੀ ਰਹਿੰਦੀ ਹੈ। ਬੇਸ਼ੱਕ ਕਿਸੇ ਮੋਹ ਵਿੱਚ ਪਾਲਦੀ ਹੈ। ਇੱਕ ਧੀਰਜ ਹੈ ਨਾ ਮਾਂ ਦਾ। ਕਹਿੰਦੇ ਧਰਤੀ ਇੱਕ ਮਾਂ ਹੈ। ਸਿੱਖ ਨੇ, ਯੋਗੀ ਨੇ, ਸਾਧੂ ਨੇ
ਇਹਦੇ ਕੋਲੋਂ ਧੀਰਜ ਸਿੱਖਣਾ ਏ। ਆਪਦ ਸੰਪਦ ਆਤਪ ਸੀਤਾ। ਠੰਡ ਹੋਵੇ ਗਰਮੀ ਹੋਵੇ ਵਿਪਤਾ ਪੈ ਜੇ, ਕਹਿੰਦੇ ਘਰ-ਬਾਰ ਉੱਜੜ ਜੇ ਰੋਣਾ ਨਹੀਂ। ਬਹੁਤ ਕੁਝ ਬਣ ਜੇ ਬਿਨਾਂ ਸੋਚੇ ਸਮਝੇ ਰੱਬ ਉਹ ਦੇ ਦੇ ਜੋ ਸੋਚਿਆ ਵੀ ਕਦੇ ਨਹੀਂ। ਕਹਿੰਦੇ ਇੰਨਾ ਕੁਛ ਨਹੀਂ ਹੋਣਾ ਵੀ ਹੁਣ ਦੁਨੀਆ ਨੂੰ ਗਾਲਾਂ ਕੱਢੇ, ਲੈ ਸਾਨੂੰ ਕਿਸੇ ਦੀ ਕੀ ਪਰਵਾਹ ਹੈ। ਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਰਾ ਹੱਸਦਾ ਵਸਦਾ, ਅੱਖਾਂ ਸਾਹ ਵੀ ਉਜੜ ਗਿਆ, ਇੱਕ ਵਾਰ ਵੀ ਹਿੰਜ ਨਹੀਂ ਡੋਲੀ। 4 ਜਿਗਰ ਦੇ ਟੁਕੜਿਆਂ ਦੇ ਵਿੱਚੋਂ 2 ਅੱਖਾਂ ਸਾਹਮਣੇ ਸ਼ਹੀਦ ਹੋ ਗਏ, 2 ਦੀ ਤੇ ਖਬਰ ਹੀ ਮਿਲੀ ਹੈ ਵੀ ਤੜਫਾ ਤੜਫਾ ਕੇ ਸ਼ਹੀਦ ਨੀਹਾਂ ਵਿੱਚ ਕੀਤਾ ਗਿਆ। ਕਿੱਡਾ ਵੱਡਾ ਸਬਰ, ਕਿੱਡਾ ਵੱਡਾ ਹੌਸਲਾ, ਕਿੱਡਾ ਵੱਡਾ ਧੀਰਜ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਿੱਖ ਦਾ ਐਡਾ ਧੀਰਜ ਹੋਵੇ, ਵਿਪਤਾ ਪਈ ਵਿੱਚ ਡੋਲੇ ਨਾ। ਬਿਕਲ ਨਾ ਹੋਏ ਡਲਾਵੇ ਚੀਤਾ। ਮਨ ਨਾ ਡਲਾਵੇ ਤੇ ਨਾ ਕਦੇ ਵਿਆਕਲ ਹੋਵੇ। ਇੱਥੇ ਤੇ ਮਾੜੀ ਜੀ ਵਿਪਤਾ ਜੇ ਤੇ ਬੰਦਾ ਕਹਿੰਦਾ ਮੇਰੇ ਵਰਗਾ ਚੰਗਾ ਹੀ ਕੋਈ ਨਹੀਂ, ਵਕਤ 'ਚ ਪੈ ਜਾਂਦਾ ਹੈ। ਕਹਿੰਦਾ ਮੈਂ ਭਲਾ ਸੀ, ਮੇਰੇ ਨਾਲ ਕੀ ਰੱਬ ਨੇ ਕਰ ਦਿੱਤਾ, ਰੱਬ ਨੂੰ ਦੋਸ਼ ਦਿੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਧੀਰਜ ਐਡਾ ਵੱਡਾ ਹੋਵੇ, ਡੋਲੀ ਨਾ। ਇਹ ਸੋਚੀ ਜਿਸ ਵਾਹਿਗੁਰੂ ਨੇ ਵਿਪਤਾ ਪਾਈ ਹੈ, ਕੱਟਣ ਵਾਲਾ ਵੀ ਆਪ ਹੀ। ਆਖੋ ਸਤਨਾਮ। ਤੁਸੀਂ ਬੈਠੇ ਹੋ, ਆਪਾਂ ਸਾਰੇ ਹਾਂ ਜੀ। ਲੱਖਾਂ ਦੁੱਖ ਆਪਣੇ ਤੇ ਆਏ ਹੋਣਗੇ, ਸਭ ਤੇ ਆਉਂਦੇ ਆ। ਕਦੇ ਕੋਈ ਦੁੱਖ ਇਦਾਂ ਦਾ ਹੈ ਵੀ ਸਦਾ ਹੀ ਰਿਹਾ ਹੋਵੇ? ਕੋਈ ਟੈਨਸ਼ਨ ਇਦਾਂ ਦੀ ਹੈ ਆਪਣੀ ਜੋ ਸਦਾ ਹੀ ਰਹੀ ਹੋਵੇ? ਮਹੀਨਾ 2 ਮਹੀਨੇ 15 ਦਿਨ 5 ਦਿਨ 4 ਦਿਨ 4 ਘੰਟੇ, ਇੱਕ ਦਿਨ ਬੰਦਾ ਭੁੱਲ ਕੇ ਫਿਰ ਹੱਸਦਾ ਫਿਰਦਾ ਹੁੰਦਾ। ਬੜੇ ਦੁੱਖ ਆਏ, ਬੜੇ ਭੁੱਲ ਗਏ। ਤੇ ਆਪਣੇ ਚੋਂ ਕਿਹੜਾ ਜਿਹਨੇ ਦੁਨੀਆ ਦਾ ਕੋਈ ਸੁੱਖ ਨਹੀਂ ਵੇਖਿਆ? ਬੜਾ ਕੁਝ ਵੇਖਿਆ ਆਪਾਂ ਨੇ, ਬੜੀਆਂ ਵੱਡੀਆਂ ਵੱਡੀਆਂ ਉਡਾਰੀਆਂ ਭਰੀਆਂ, ਬੜਾ ਕੁਝ ਨੇੜੇ ਹੋ ਕੇ ਵੇਖਿਆ। ਮੰਤਰੀਆਂ ਸੰਤਰੀਆਂ ਸਭ ਦੇ ਆਪਾਂ ਨੇੜੇ ਹੋ ਕੇ ਵੇਖਿਆ, ਦੁਨੀਆ ਦਾ ਹਰ ਸੁੱਖ ਭੋਗਿਆ। ਉਹ ਹੈ ਅੱਜ ਆਪਣੇ ਨਾਲ। ਜੇ ਦਿਨ ਉਹ ਨਹੀਂ ਰਹਿੰਦੇ ਤੇ ਦਿਨ ਇਹ ਵੀ ਨਹੀਂ ਰਹਿਣੇ। ਨਾ ਸੁੱਖ ਰਹਿਣਾ ਨਾ ਦੁੱਖ ਰਹਿਣਾ। ਮਰਦ ਕਹਿੰਦੇ ਇਹਨਾਂ ਨੂੰ ਚਲਾਏਮਾਨ ਸਮਝੋ, ਇਸ ਕਰਕੇ ਡੋਲੋ ਨਾ ਵੀ ਜੇ ਅੱਜ ਦੁੱਖ ਆ ਤੇ ਸਦਾ ਨਹੀਂ ਰਹਿਣਾ, ਜੇ ਅੱਜ ਸੁੱਖ ਹੈ ਭਲੇਖਾ ਇਹ ਵੀ ਨਾ ਪਾਣੀ ਵੀ ਸਦਾ ਰਹੂਗਾ। ਇਹਨੇ ਵੀ ਸਦੀਵੀ ਤੇਰਾ ਸਾਥ ਨਹੀਂ ਦੇਣਾ। ਹਸਕਮ ਜਮ ਹੈ ਖਿਮਾ ਸੁਹਾਈ। ਅਗਲਾ 6ਵਾਂ ਯਮ, ਯਮ ਨਾਮ ਹੈ ਅੰਗ ਦਾ। ਯੋਗ ਦਾ 6ਵਾਂ ਅੰਗ ਕੀ ਹੈ? ਕਹਿੰਦੇ 6ਵਾਂ ਇਹ ਅੰਦਰ ਖਿਮਾ ਰੱਖਣੀ, ਨਿਮਰਤਾ, ਅੰਤਾਂ ਦੀ ਨਿਮਰਤਾ। ਰੱਬ ਦੇ ਪਿਆਰਿਆਂ 'ਚ ਹੁੰਦੀ ਨਿਮਰਤਾ, ਹੁੰਦੀ ਪਾਣੀ ਵਰਗੀ। ਪਾਣੀ ਨੂੰ ਕਿਸੇ ਪਹਾੜ ਤੋਂ ਸੁੱਟ ਦੋ ਥੱਲੇ ਹੀ ਆਊਗਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ। ਭਾਈ ਗੁਰਦਾਸ ਕਹਿੰਦੇ ਧਰਤੀ ਦੀ ਕਿੱਡੀ ਨਿਮਰਤਾ, ਪੈਰਾਂ ਥੱਲੇ ਰਹਿੰਦੀ ਹੈ। ਪਰ ਜੇ ਕੋਈ ਬਹੁਤੀ ਆਕੜ ਕਰਦਾ ਨਾ, ਇੱਕ ਦਿਨ ਉੱਪਰ ਵੀ ਆ ਜਾਂਦੀ ਹੈ। ਉੱਪਰ ਜਾਮੈ ਘਾਸ, ਭਗਤਾਂ ਨੇ ਲਿਖ ਦਿੱਤਾ, ਕਹਿੰਦੇ ਜਿਹੜੀ ਮਿੱਟੀ ਤੇ ਛਾਲਾ ਮਾਰਦਾ ਫਿਰਦਾ ਨਾ, ਇੱਕ ਦਿਨ ਇਸੇ ਮਿੱਟੀ ਉੱਤੇ ਘਾਹ ਜੰਮ ਜਾਣਾ, ਸਵਾਹ ਬਣ ਕੇ, ਕਬਰ ਬਣ ਕੇ। ਪਰ ਧਰਤੀ ਨਾਲੋਂ ਵੱਧ ਨਿਮਰਤਾ ਉਸ ਪਾਣੀ ਦੀ ਹੈ ਜਿਹੜਾ ਧਰਤੀ ਦੇ ਥੱਲੇ ਰਹਿੰਦਾ, ਪੈਰਾਂ ਥੱਲੇ। ਪਰ ਉਹ ਮਾਣ ਨਹੀਂ ਕਰਦਾ। ਉੱਚੀਆਂ ਉਚਾਈਆਂ ਤੇ ਵੀ ਸੁੱਟ ਦਿਓ ਫਿਰ ਵੀ ਥੱਲੇ ਆਉਂਦਾ ਹੈ। ਪਰ ਉਹ ਇੱਕ ਜ਼ਿੰਦਗੀ ਹੈ, ਇੱਕ ਜੀਵਨ ਹੈ। ਸਾਡੀ ਬਾਡੀ ਦੇ ਵਿੱਚ ਪਾਣੀ ਹੈ। ਛੋਟਾ ਜਿਹਾ ਬੱਚਾ, ਉਹ 'ਚ 80% ਪਾਣੀ ਹੁੰਦਾ ਹੈ। ਤੇ ਜਦੋਂ ਕੋਈ ਜਵਾਨ ਹੁੰਦਾ ਹੈ ਉਹਦੇ ਵਿੱਚ 65% ਪਾਣੀ ਹੁੰਦਾ। ਅੱਜ ਵੀ ਪਤਾ ਕਰਕੇ ਵੇਖੋ, ਪਾਣੀ ਤੁਰਿਆ ਫਿਰਦਾ ਹਰ ਬਾਡੀ 'ਚ, ਮੈਡੀਕਲ ਸਾਇੰਸ ਕਹਿ ਰਹੀ ਹੈ। ਤੇ ਜਦ ਕੋਈ ਬਜ਼ੁਰਗ ਹੁੰਦਾ ਏ, ਉਹ ਦੁਖੀ ਕਿਉਂ ਆ, ਰੋਗੀ ਕਿਉਂ ਹੈ? ਸਿਰਫ ਉਹਦੀ ਬਾਡੀ ਵਿੱਚ 50% ਪਾਣੀ ਰਹਿ ਜਾਂਦਾ ਹੈ। ਇਹ ਬੜੀਆਂ ਗਹਿਰੀਆਂ ਚੀਜ਼ਾਂ ਨੇ। ਜਿੱਦਣ ਸਾਨੂੰ ਇਹ ਸਮਝ ਆਉਣ ਲੱਗ ਗਈਆਂ, ਸਾਨੂੰ ਪਤਾ ਲੱਗ ਜਾਣਾ ਸਰੀਰ ਕੀ ਚੀਜ਼ ਆ ਤੇ ਅਸੀਂ ਕੀ ਆ। ਕਹਿੰਦੇ ਪਾਣੀ ਕਰਕੇ ਸਰੀਰ ਤੁਰਿਆ ਫਿਰਦਾ ਹੈ। ਜਿਉਂਦਾ ਜਾਗਦਾ ਬੰਦਾ, ਇਹਨੂੰ ਨਿਚੋੜ ਕੇ ਵੇਖੋ, 65% ਪਾਣੀ ਨਿਕਲੇਗਾ ਅੰਦਰੋਂ। ਮਿੱਝ, ਗਾਰ, ਖੂਨ, ਨਸਾਂ ਕੀ ਹੈ? ਪਾਣੀ ਹੈ। ਹੱਡੀਆਂ ਵੀ ਪਾਣੀ ਤੋਂ ਬਣੀਆਂ, ਹਰ ਚੀਜ਼ ਪਾਣੀ ਤੋਂ ਹੈ। ਕਹਿੰਦੇ ਪਾਣੀ ਦੀ ਨਿਮਰਤਾ ਏਡੀ ਵੱਡੀ ਹੈ। ਇਹੋ ਜੀ ਖਿਮਾ, ਐਸੀ ਨਿਮਰਤਾ ਸਿੱਖ ਦੇ ਜੀਵਨ ਦੇ ਵਿੱਚ ਹੋਵੇ। ਮਨ ਮਹਿ ਸ਼ੋਭ ਨਾ ਕਬਹੁ ਉਠਾਏ। ਕਦੇ ਵੀ ਮਨ ਵਿੱਚ ਸ਼ੋਭ ਨਾਮ ਹੈ, ਗੁੱਸੇ ਦਾ, ਕ੍ਰੋਧ ਦਾ। ਕਦੇ ਗੁੱਸਾ ਨਹੀਂ ਕਰਨਾ। ਜੇ ਆਉਂਦਾ ਉਹਨੂੰ ਕੰਟਰੋਲ ਕਰੋ, ਉਹਨੂੰ ਸੰਭਾਲੋ ਵੀ ਮਨਾ ਤੂੰ ਜਿਸ ਗੱਲ ਦਾ ਗੁੱਸਾ ਕਰਦਾ, ਕਿਸੇ ਨੇ ਤੇਰਾ ਨੁਕਸਾਨ ਕੀਤਾ ਹੈ, ਕਿਤੇ ਨਾ ਕਿਤੇ ਤੂੰ ਵੀ ਇਨਵੋਲਵ ਹੋਏਗਾ। ਅੱਜ ਤੇਰੇ ਤੇ ਕੋਈ ਗੁੱਸਾ ਝਾੜਦਾ, ਤੇਰਾ ਵੀ ਤੇ ਗੁਨਾਹ ਹੋਣਾ ਕੋਈ, ਤੂੰ ਵੀ ਤੇ ਕੁਝ ਕੀਤਾ ਹੋਣਾ। ਕਹਿੰਦੇ ਜਦੋਂ ਇਹ ਗੱਲਾਂ ਸਮਝ ਆਉਣ ਲੱਗ ਗਈਆਂ, ਗੁੱਸਾ ਟਲਣਾ ਸ਼ੁਰੂ ਹੋ ਜਾਏਗਾ। ਪਰ ਗੁੱਸਾ ਉਦੋਂ ਆਉਂਦਾ ਹੈ ਬੰਦਾ ਕਹਿੰਦਾ ਮੈਂ ਸੱਚਾ ਤੇ ਤੂੰ ਝੂਠਾ, ਮੈਂ ਤੇ ਆ ਕੀਤਾ ਹੀ ਨਹੀਂ, ਤੂੰ ਮੇਰੇ ਗਲ ਕਿਉਂ ਪੈ ਗਈ?
ਕਹਿੰਦੇ ਗੁੱਸਾ ਸਰੀਰ ਦੇ ਪਾਣੀ ਨੂੰ ਖਤਮ ਕਰਦਾ ਹੈ। ਤੇ ਜੋ ਪਾਣੀ ਬਾਡੀ 'ਚ ਘਟਦਾ ਜਾਊ ਫਿਰ ਕੀ ਹੋਊਗਾ? ਅਗਰੈਸਿਵ ਹੋਏਗਾ ਬੰਦਾ, ਗੁੱਸੇ 'ਚ ਆਊਗਾ, ਭੜਕੂਗਾ, ਵੱਧ ਘੱਟ ਬੋਲੂਗਾ। ਤੇ ਇਹੀ ਕਾਰਨ ਹੈ ਜਦੋਂ ਕੋਈ ਗੁੱਸੇ 'ਚ ਹੁੰਦਾ ਲੋਕੀ ਕਹਿੰਦੇ ਨਾ ਪਾਣੀ ਪਿਲਾ ਇਹਨੂੰ, ਠੰਡਾ ਹੋ ਜਾਊਗਾ। ਬੀਪੀ ਵੱਧੇ ਤਾਂ ਵੀ ਪਾਣੀ ਦਾ ਗਲਾਸ। ਕੋਈ ਉੱਚੀ ਉੱਚੀ ਰੋਵੇ, ਅੱਖਾਂ ਭਰ ਕੇ ਆਵੇ, ਉਦੋਂ ਕੀ ਹੁੰਦਾ? ਪਾਣੀ ਲਿਆਓ। ਕਾਹਦੇ ਲਈ? ਕਿਤੇ ਨਾ ਕਿਤੇ ਸਾਡੀ ਇਹ ਮਾਨਸਿਕਤਾ ਕੰਮ ਕਰਦੀ ਹੈ ਵੀ ਸਰੀਰ ਵਿੱਚ ਪਾਣੀ ਹੈ, ਰੋਇਆਂ ਵੀ ਘਟਦਾ, ਇਹ ਗੁੱਸੇ 'ਚ ਵੀ ਘਟਦਾ, ਪਸੀਨੇ ਵਿੱਚ ਵੀ ਘਟਦਾ। ਭੱਜ ਦੌੜ ਕੇ ਆਓ, ਥੱਕ ਕੇ ਪਾਣੀ ਦਿਓ। ਇਹ ਗੱਲਾਂ ਸੋਚਣ ਵਾਲੀਆਂ, ਸਮਝਣ ਵਾਲੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਆਹ ਜਿਹੜੀ ਨਿਮਰਤਾ ਹੈ ਇਹ ਗੁੱਸਾ ਨਹੀਂ ਆਉਣ ਦਿੰਦੀ। ਇਹਦਾ ਕਾਰਨ ਇੱਕੋ ਹੀ ਹੈ ਵੀ ਅੰਦਰ ਦਾ ਬਾਡੀ ਦਾ ਪਾਣੀ ਮੇਨਟੇਨ ਰਹਿੰਦਾ ਹੈ। ਤੇ ਜੇ ਅਸੀਂ ਬਾਹਰੋਂ ਜੱਗ ਭਰ ਪਾਣੀ ਪੀ ਜਾਈਏ ਨਾ ਵੀ ਲੈ ਅੰਦਰ ਪਾਣੀ ਸੈੱਟ ਰਹੂ, ਨਹੀਂ, ਉਹ ਤੇ ਕਿਡਨੀਆਂ ਨੇ ਯੂਰੀਨ ਦੁਆਰਾ ਕੱਢੀ ਜਾਣਾ ਹੈ। ਜੱਗ ਪੀ ਲਓ, ਜੱਗ ਨਿਕਲ ਜੂ। ਇਹ ਥੋੜ੍ਹਾ ਰੁਕਣਾ ਹੈ। ਉਹ ਨੈਚੁਰਲ ਰਿਸਾਈਕਲ ਹੋਇਆ ਪਾਣੀ ਆ ਕੁਦਰਤ ਵਿੱਚੋਂ, ਜਿਹੜਾ ਸਾਹਾਂ ਨਾਲ ਅੰਦਰ ਜਾਂਦਾ ਹੈ। ਆਕਸੀਜਨ ਹੈ, ਕੱਢ ਕੇ ਵੇਖੋ ਜਿਹੜਾ ਸਾਹ ਲੈਂਦੇ ਆ ਪਾਣੀ ਕਿੰਨਾ ਜਾਂਦਾ ਹੈ। ਇਹੀ ਕਾਰਨ ਹੈ ਬੜੇ ਲੋਕ ਜਦੋਂ ਨਾ ਕਿਸੇ ਦੇ ਫੇਫੜੇ ਖਰਾਬ ਹੋ ਜਾਂਦੇ ਆ, ਡਾਕਟਰ ਇੱਕੋ ਗੱਲ ਕਹਿਣਗੇ, ਕਹਿੰਦੇ ਜੀ ਇਸ ਬੰਦੇ ਦੇ ਨਾ ਫੇਫੜਿਆਂ 'ਚ ਪਾਣੀ ਭਰਦਾ ਹੈ। ਉਹ ਕਿਹੜਾ ਗਲਾਸ ਭਰ ਕੇ ਪੀ ਰਿਹਾ ਜਿਹੜਾ ਉੱਥੇ ਭਰਦਾ, ਹਵਾ 'ਚੋਂ ਹੈ। ਆਹ ਹੁਣ ਮੌਸਮ ਚੱਲਦਾ, ਏਸੀ ਚਲਾ ਕੇ ਵੇਖੋ, ਬਾਲਟੀਆਂ ਭਰ ਜਾਂਦੀਆਂ ਪਾਣੀ ਦੀਆਂ। ਕਿਉਂ ਭਰਦੀਆਂ ਨੇ? ਮੋਇਸਚਰ ਹੈ, ਹਿਊਮਿਡਿਟੀ ਹੈ। ਸਾਡੀ ਬਾਡੀ ਵਿੱਚ ਵੀ ਹੈ। ਆਹ ਜਿਹੜਾ ਸਾਡਾ ਨੱਕ ਲੱਗਾ ਹੈ, ਇੱਕ ਏਸੀ ਹੈ, ਇੱਕ ਹੀਟਰ ਹੈ। ਜੇ ਏਸੀ ਬਹੁਤਾ ਵਰਕ ਕਰਨ ਲੱਗ ਜੇ ਸੱਜੇ ਵਾਲਾ ਤੇ ਛਿੱਕਾਂ ਲੱਗ ਜਾਣਗੀਆਂ, ਜ਼ੁਕਾਮ ਹੋ ਜਾਊਗਾ। ਤੇ ਜੇ ਖੱਬੇ ਵਾਲੇ 'ਚ ਬਹੁਤੀ ਹੀਟ, ਸਾਹ ਇੱਧਰੋਂ ਆਉਣ ਲੱਗ ਗਿਆ, ਜਿਹਨੂੰ ਅਲੋਮ ਬਲੋਮ ਜਾ ਕਹਿੰਦੇ, ਉਹ ਵੀ ਤਾਂ ਇਹੀ ਚੀਜ਼ ਹੈ। ਫਿਰ ਕੀ ਹੋ? ਗਰਮੀ ਹੋ ਜੂ ਸਰੀਰ 'ਚ, ਬਾਏ ਹੋ ਜੂਗੀ, ਘਬਰਾਹਟ ਹੋ ਜੂਗੀ, ਬੰਦਾ ਤੁਰਿਆ ਫਿਰਦਾ, ਪਾਚਨ ਸ਼ਕਤੀ ਘਟ ਜਾਊਗੀ। ਮਰਦ ਕਹਿੰਦੇ ਖਿਮਾ ਰੱਖ, ਖਿਮਾ। ਇਹ ਚੀਜ਼ਾਂ ਕਹਿਣ ਮਾਤਰ ਨਹੀਂ ਹੈ, ਅੰਦਰੋਂ ਸਮਝਣੀਆਂ ਪੈਂਦੀਆਂ। ਨਿਮਰਤਾ ਦੇ ਨਾਲ ਕੀ ਬੈਨੀਫਿਟ ਹੈ? ਕਹਿੰਦੇ ਨਿਮਰਤਾ 'ਚ ਗੁੱਸਾ ਹੀ ਨਹੀਂ ਆਉਂਦਾ। ਜਦੋਂ ਗੁੱਸਾ ਨਹੀਂ ਆਇਆ, ਕ੍ਰੋਧ ਨਹੀਂ ਆਇਆ, ਕਿਸੇ ਦਾ ਬੁਰਾ ਸੋਚਿਆ ਨਹੀਂ, ਜਦੋਂ ਸੋਚਿਆ ਨਹੀਂ ਫਿਰ ਕਰੇਗਾ ਕਿੱਥੋਂ? ਜਦ ਬੁਰਾ ਨਹੀਂ ਕਰੇਗਾ ਫਿਰ ਤੂੰ ਚਲਾਕੀ ਕਰੇਗਾ ਨਹੀਂ। ਭਲਾ ਕੇ ਬੁਰਾ ਬਖਾਨੇ ਕੋਈ। ਕਹਿੰਦੇ ਜੇ ਕੋਈ ਤੈਨੂੰ ਭਲਾ ਕਹਿ ਦੇ, ਬਹੁਤਾ ਚੰਗਾ ਕਹਿ ਦੇ, ਤਾਂ ਵੀ ਗੁੱਸਾ ਨਹੀਂ ਕਰਨਾ। ਕਈ ਵਾਰ ਹੁੰਦਾ ਸਾਨੂੰ ਕੋਈ ਸਾਡੀ ਸਿਫਤ ਕਰਦੇ, ਅਸੀਂ ਬਰਦਾਸ਼ਤ ਨਹੀਂ ਕਰਦੇ, ਉਹ ਤੂੰ ਇੱਦਾਂ ਸਿਫਤਾਂ ਦੇ ਪੁਲ ਬੰਨੀ ਜਾਂਦਾ, ਰਹਿਣ ਦੇ। ਕਹਿੰਦੇ ਬੁਰਾ ਕਿਸੇ ਨੇ ਕਹਿਤਾ ਫਿਰ ਵੀ ਮਾਈਂਡ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਇਹ ਖਿਮਾ ਏ। ਇਹ ਨਹੀਂ ਹੈ ਵੀ ਜੇ ਤੁਸੀਂ ਮੈਨੂੰ ਮਾੜਾ ਕਿਹਾ ਉਦੋਂ ਤੇ ਮੈਂ ਕਰੂੰਗਾ ਗੁੱਸਾ, ਚੱਲ ਨਿਮਰਤਾ ਰੱਖ ਲੈਣਾ, ਪਰ ਜਦੋਂ ਕੋਈ ਮੇਰੀ ਸਿਫਤ ਕਰੂਗਾ ਉਹ ਮੈਨੂੰ ਚੰਗਾ ਲੱਗਦਾ, ਉੱਥੇ ਗੁੱਸਾ ਨਹੀਂ ਆਉਣਾ। ਨਹੀਂ ਨਹੀਂ, ਮਰਦ ਕਹਿੰਦੇ ਖਿਮਾ ਰੱਖਣੀ ਪੈਣੀ ਹੈ। ਆਪਣੀ ਸਿਫਤ ਸੁਣ ਕੇ ਵੀ ਕ੍ਰੋਧਿਤ ਨਹੀਂ ਹੋਣਾ, ਚਾਚ ਨਹੀਂ ਆਉਣਾ। ਆਪਣੀ ਬੁਰਾਈ ਸੁਣ ਕੇ ਵੀ ਖਿਜਣਾ ਨਹੀਂ, ਗੁੱਸਾ ਨਹੀਂ ਕਰਨਾ। ਹਰ ਵੇਲੇ ਸਮ ਅਵਸਥਾ ਦੇ ਵਿੱਚ ਜੋ ਹੋ ਰਿਹਾ ਭਲਾ ਹੋ ਰਿਹਾ, ਇਹ ਹੁੰਦਾ ਏ, ਇਹਨੇ ਹੁੰਦਾ ਰਹਿਣਾ ਏ। ਸਹਿਣਸ਼ੀਲ ਮਨ ਸਭ ਤੇ ਹੋਏ। ਕਹਿੰਦੇ ਮਨ ਫਿਰ ਬਣੇਗਾ ਸਹਿਨਸ਼ੀਲ। ਸਹਿਨਸ਼ੀਲੰ ਸੰਤੰ ਮਿਤਰਸ ਦੁਰਜਨੈ। ਕਹਿੰਦੇ ਦੁਰਜਨ ਖੋਟਿਆਂ ਤੋਂ ਸਾਧੂ ਜਨ ਦੂਰ ਰਹਿੰਦੇ ਨੇ, ਅੰਦਰ ਦੀ ਸਹਿਨਸ਼ੀਲਤਾ ਰੱਖਦੇ ਆ। ਜਿੱਦਣ ਹਿਰਦੇ ਵਿੱਚ ਸਹਿਨਸ਼ੀਲਤਾ ਆ ਗਈ ਉਦਣ ਮਨ ਸ਼ਾਂਤ ਹੋਏਗਾ। ਤੁਸੀਂ ਬੁਰੇ ਬੰਦੇ ਦੀ ਵੀ ਗੱਲ ਸੁਣੋਗੇ। ਅੱਜ ਤੇ ਸਾਨੂੰ ਕਹਿਣਾ ਪੈਂਦਾ ਲਿਸਨ ਟੂ ਮੀ, ਲਿਸਨ ਟੂ ਮੀ, ਮੇਰੀ ਸੁਣ, ਮੇਰੀ ਸੁਣ। ਉਹ ਕਹਿੰਦਾ ਯਾਰ ਤੂੰ ਪਰਾਂ ਹੋ, ਮੈਂ ਆਪਣੀ ਭੁੱਲ ਜਾਣੀ ਹੈ, ਮੇਰੀ ਸੁਣ ਪਹਿਲਾਂ। ਪਰ ਜਿਹੜੇ ਰੱਬ ਦੇ ਪਿਆਰੇ ਹੋਣਗੇ ਨਾ, ਕਦੇ ਬੰਦਗੀ ਵਾਲਿਆਂ ਕੋਲ ਜਾ ਕੇ ਬਾਬਾ ਜੀ ਇੱਦਾਂ ਇੱਦਾਂ, ਉਹ ਅੱਛਾ ਭਾਈ, ਅੱਛਾ ਹੋਰ ਕਿੰਨਾ ਸਹਿਜ ਹੈ। ਤੇ ਜੇ ਸਾਨੂੰ ਕੋਈ ਉਹ ਕਹਿੰਦਾ ਬੱਸ ਕਰ ਓਏ, ਮੇਰੇ ਨਾਲ ਫਲਾਣੇ ਨੇ ਇੱਦਾਂ ਕੀਤਾ ਸੀ, ਉਹ ਵੀ ਸੁਣ ਲਾ, ਸੇਮ ਸੇਮ ਹੈ, ਡਿੱਟੋ ਹੈ। ਭਟਕਦੇ ਆ ਨਾ ਅਸੀਂ। ਮਰਦ ਕਹਿੰਦੇ ਅੰਦਰ ਸਹਿਣਸ਼ੀਲਤਾ ਹੋਵੇ, ਸਹਿਣ ਕਰਨ ਦੀ ਸ਼ਕਤੀ, ਇਹ ਕਿੱਥੋਂ ਆ ਜਾਊਗੀ? ਰੱਬ ਤੋਂ ਬਿਨਾਂ ਨਹੀਂ ਆਉਂਦੀ। ਸਹਿਣਸ਼ੀਲਤਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ। ਤੱਤੀ ਤਵੀ ਤੇ ਬੈਠੇ ਆ ਪਰ ਸੇਕ ਨਹੀਂ ਲੱਗਦਾ। ਕਿ ਸਰੀਰ ਨੂੰ ਤੇ ਤਪਸ਼ ਮਿਲਦੀ ਹੈ, ਉਹ ਤੇ ਤਪ ਰਿਹਾ। ਜੇ ਤਪਿਆ ਤੰਦੂਰ ਵਾਂਗੂ ਤਾਈਓ ਫਲੂਹੇ ਹੋਏ, ਤਾਈਓ ਛਾਲੇ ਹੋਏ ਆ, ਪਰ ਮਨ ਸ਼ਾਂਤ ਸੀ ਹਰੀ ਨਾਮ ਨਾਲ। ਸਤਿਗੁਰ ਕਹਿੰਦੇ ਖਿਮਾ ਨੇ ਅੰਦਰ ਸਹਿਣਸ਼ੀਲਤਾ ਪੈਦਾ ਕਰਨੀ ਹੈ। ਮਾਫ ਕਰਨਾ ਸਿੱਖੀਏ, ਤਰਸ ਕਰਨਾ ਸਿੱਖੀਏ, ਕਦੇ ਕਿਸੇ ਨੂੰ ਬੁਰਾ ਨਾ ਬਣਾਈਏ। ਤੇ ਜਦੋਂ ਅਸੀਂ ਕਿਸੇ ਨੂੰ ਬੁਰਾ ਬਣਾਵਾਂਗੇ, ਸਿੱਧ ਕਰਾਂਗੇ, ਉਦੋਂ ਅੰਦਰ ਗੁੱਸਾ ਆਏਗਾ, ਕ੍ਰੋਧਿਤ ਹੋਵਾਂਗੇ। ਇਸ ਗੁੱਸੇ ਨੇ ਕਿਸੇ ਦਾ ਕੁਛ ਨਹੀਂ ਕਰਨਾ, ਆਪਣਾ ਬੁਰਾ ਕਰਨਾ, ਆਪਣਾ ਆਪ ਦੁਖੀ ਕਰਨਾ। ਹਰ ਚੀਜ਼ ਦਾ ਵਕਤ ਹੁੰਦਾ ਹੈ। ਅੱਜ ਦੀ ਗੱਲ ਕੱਲ੍ਹ ਤੇ ਪਾਓ, ਕੱਲ੍ਹ ਤੇ ਪਰਸੋਂ ਤੇ ਟਲ ਜਾਂਦੀ, ਭੁੱਲ ਪਲ ਜਾਂਦੇ ਆ ਲੋਕ। ਦੁਨੀਆ 90 ਦਿਨਾਂ ਤੋਂ ਵੱਧ ਕੁਛ ਵੀ ਯਾਦ ਨਹੀਂ ਰੱਖਦੀ। ਅੱਜ ਇਹ ਸਿੱਧ ਹੋ ਗਿਆ ਹੈ।
ਸਿੱਧ ਕਿਵੇਂ ਹੋਇਆ? 4.5 ਸਾਲ ਹੋ ਗਏ ਲੋਕਾਂ ਨੂੰ ਛਿੱਤਰ ਖਾਂਦੇ ਆ, ਸਾਰਿਆਂ ਨੂੰ ਹੀ ਆ, ਪਿੱਛੇ ਹੀ ਆ ਆਪਾਂ। ਆ ਵੇਖ ਲਿਓ ਹੁਣ ਇਲੈਕਸ਼ਨ ਤੋਂ ਬਾਅਦ ਕੀ ਹੋਣਾ। ਉਹਨਾਂ ਨੂੰ ਪਤਾ ਹੈ ਵੀ 3-4 ਮਹੀਨੇ ਰਹਿ ਗਏ, 90 ਕੁ ਦਿਨ ਪਏ ਆ ਲੋਕਾਂ ਦੀ ਵੈਲਿਡਿਟੀ। ਇਹਨਾਂ ਨੂੰ ਜੋ ਮਰਜ਼ੀ ਵਿਖਾ ਦਿਓ, ਜੋ ਮਰਜ਼ੀ ਦੇ ਦਿਓ, ਖੁਸ਼ ਹੋਣਗੇ, ਫਿਰ ਉੱਧਰ ਹੀ ਹੋ ਜਾਣਗੇ। ਭੁਲੱਕੜ ਨੇ। 90 ਦਿਨਾਂ ਬਾਅਦ ਬੰਦਾ ਕੁਝ ਵੀ ਯਾਦ ਨਹੀਂ ਰੱਖਦਾ, ਵੱਡੇ ਵੱਡੇ ਹਾਦਸੇ ਭੁੱਲ ਜਾਂਦਾ ਹੈ। ਜਿਨ੍ਹਾਂ ਦੇ ਪਰਿਵਾਰ 'ਚੋਂ ਕੋਈ ਜੀਵ ਚਲਿਆ ਜਾਂਦਾ, ਕਿਸੇ ਦੇ ਮਾਂ-ਬਾਪ, ਕਿਸੇ ਦਾ ਧੀ ਪੁੱਤ, ਪਹਿਲਾ ਮਹੀਨਾ ਬੜਾ ਔਖਾ ਹੈ, ਦੂਜਾ ਮਹੀਨਾ ਥੋੜ੍ਹਾ ਜਿਹਾ ਘਟ ਜਾਂਦਾ, ਤੀਜੇ ਮਹੀਨੇ ਬਾਅਦ ਤੇ ਉਹ ਚੰਗਾ ਭਲਾ ਕੰਮ ਕਰਦਾ, ਖਿਆਲ ਜ਼ਰੂਰ ਆਉਂਦਾ ਹੈ, ਪਰ ਦੁਖੀ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਹਿਨਸ਼ੀਲਤਾ ਅੰਦਰ ਆਵੇ, ਭਲੇ ਬੁਰੇ ਦੀ ਪਛਾਣ ਨਹੀਂ ਕਰਨੀ, ਉਹ ਤੇਰਾ ਕਰਮ ਨਹੀਂ ਹੈ ਵੀ ਇਹ ਮਾੜਾ ਕਰਦਾ ਮੈਂ ਇਹਨੂੰ ਸਮਝਾਵਾਂ, ਇਹਨੂੰ ਸਜ਼ਾ ਦਿਆਂ, ਕਦੇ ਉਹ ਕਰਮ ਹੈ ਪਰਮਾਤਮਾ ਦਾ, ਸਭ ਟਲ ਜਾਏਗਾ। ਸਹਿਨਸ਼ੀਲਤਾ ਰੱਖ, ਜਿਸ ਪਰਮੇਸ਼ਵਰ ਨੇ ਦੁਨੀਆ ਸਾਜੀ ਹੈ, ਸਭ ਉਹਦੇ ਹੀ ਰੰਗ ਹਨ। ਸਪਤਮ ਦੁਖੀ ਨ ਦੇਖੇ ਕਾਹੀਂ। ਸਤਵੇਂ ਦਾ ਜ਼ਿਕਰ ਕਰਦੇ ਆ, ਸਤਵਾਂ ਅੰਗ ਕਹਿੰਦੇ ਕਦੇ ਕਿਸੇ ਨੂੰ ਦੁਖੀ ਨਾ ਵੇਖੀ। ਦੁਖੀ ਨਹੀਂ ਦੇਖਣਾ ਕਿਸੇ। ਇਹ ਸਿੱਖ ਦਾ ਜੀਵਨ ਹੈ। ਅੱਜ ਦਾ ਸਿੱਖ ਕਿੱਦਾਂ ਦਾ ਜੀ? ਆਪ ਰੋਟੀਆਂ ਖਾ ਕੇ ਨਿਕਲ ਜਾਂਦਾ ਹੈ, ਬਾਹਰ ਮੰਗਣ ਵਾਲਾ ਕਹਿੰਦਾ ਸਾਨੂੰ ਕੀ, ਇਹਨਾਂ ਦਾ ਤੇ ਕੰਮ ਇਹੀ ਹੈ। ਠੀਕ ਹੈ, ਕੰਮ ਹੋ ਸਕਦਾ ਹੈ, ਪਰ ਤੇਰੇ ਜੀਵਨ ਵਿੱਚ ਤਰਸ ਹੋਣਾ ਚਾਹੀਦਾ, ਦਇਆ। ਸਿੱਖ ਦਾ ਜੀਵਨ ਚੱਲੇ ਹੀ ਦਇਆ ਤੋਂ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਬਾਬਾ ਨਾਨਕ ਜੀ ਕਹਿੰਦੇ ਜੇ ਦਇਆ ਦਾ ਤੇਰੇ ਕੋਲ ਸੂਤ ਹੈ ਤੇ ਮੇਰੇ ਗਲ ਪਾ, ਤਰਸ ਕਰਨਾ। ਜੇ ਤੂੰ ਬੱਕਰੇ ਵੱਢ ਕੇ ਆਇਆ ਆ ਕੇ ਮੈਂ ਤੇਰੇ ਗਲ ਸੂਤ ਪਾ ਦਿਆਂਗਾ, ਜਨੇਊ ਪਾ ਦਿਆਂਗਾ, ਮਰਦ ਕਹਿੰਦੇ ਮੈਨੂੰ ਨਹੀਂ ਪ੍ਰਵਾਨ, ਇਹ ਤੇ ਕੱਚਦਾ ਹੈ, ਇਹ ਤੇ ਟੁੱਟਦਾ ਹੈ। ਦਿਨ ਦੁਨੀਆ ਦੇ ਮਾਲਕ ਨੇ ਸਪਸ਼ਟ ਗੱਲ ਕਰ ਦਿੱਤੀ, ਕਹਿੰਦੇ ਭਾਈ ਅੰਦਰ ਖਿਮਾ ਹੋਵੇ, ਦਇਆ ਹੋਵੇ, ਦੂਜੇ ਤੇ ਤਰਸ ਕਰਨਾ ਹੈ। ਮਰਦ ਕਹਿੰਦੇ ਜਦੋਂ ਤਰਸ ਅੰਦਰੋਂ ਆਊਗਾ, ਜੀਵਨ ਦਾ ਆਚਾਰ ਚੰਗਾ ਹੋਏਗਾ। ਦਇਆ ਕਰੇ ਸਭ ਸੋ ਨਿਰਵਾਹੀ। ਹਮੇਸ਼ਾ ਜੀਵਨ ਦਾ ਨਿਰਵਾਹ ਐਸਾ ਰੱਖ, ਕਿਸੇ ਨੇ ਗਲਤੀ ਕੀਤੀ ਉਹਨੂੰ ਮੌਕਾ ਨਾ ਦਿਓ ਉਹ ਤੁਹਾਨੂੰ ਸੌਰੀ ਕਹੇ। ਇਹ ਤੇ ਸੁਣਨਾ ਹੀ ਭੁੱਲ ਜਾਓ। ਮੈਂ ਚਾਹਾਂ ਉਹਨੇ ਗਲਤੀ ਕੀਤੀ, ਮੇਰੇ ਤੋਂ ਮਾਫੀ ਮੰਗੀ, ਇਹ ਹੰਕਾਰ ਹੈ। ਬੰਦਗੀ ਵਾਲੇ ਕਦੇ ਕਿਸੇ ਤੋਂ ਮਾਫੀ ਨਹੀਂ ਮੰਗਾਉਂਦੇ। ਬੰਦਗੀ ਵਾਲੇ, ਨਾਮ ਜਪਣ ਵਾਲੇ, ਉਹ ਕਹਿੰਦੇ ਭਾਈ ਹੱਥ ਕਿਉਂ ਜੋੜਦਾ ਤੂੰ? ਕਦੇ ਵੇਖਿਆ ਸਾਧੂਆਂ ਦਾ ਜੀਵਨ? ਕੋਈ ਹੱਥ ਜੋੜ ਕੇ ਬਾਬਾ ਜੀ ਮਾਫ ਕਰ ਦਿਓ, ਕਹਿੰਦਾ ਨਾ ਨਾ ਅੱਜ ਤੂੰ ਹੱਥ ਨਹੀਂ ਜੋੜਨੇ। ਹੱਥ ਜੋੜ ਪਰਮਾਤਮਾ ਅੱਗੇ ਜਿਹਨੇ ਸਾਰੀ ਦੁਨੀਆ ਸਾਜੀ ਹੈ। ਤੇ ਮੇਰੇ ਵਰਗਾ ਟੁੱਟਿਆ ਜਾ ਬੰਦਾ ਕਹਿੰਦਾ ਉਹ ਪੈਰ ਫੜ, ਲਕੀਰਾਂ ਕੱਢ, ਫਲਾਣਾ ਕਰ, ਸਿੱਖ ਦਾ ਕਰਮ ਨਹੀਂ ਹੈ। ਮਰਦ ਕਹਿੰਦੇ ਦਇਆ ਕਰ, ਦਇਆ ਤੇਰੇ ਜੀਵਨ ਦਾ ਅੰਸ਼ ਹੈ। ਕਿਸੇ ਤੇ ਕੋਈ ਦੁੱਖ ਹੈ ਨਾ, ਉਹਦੇ ਦੁੱਖ ਨੂੰ ਵੇਖ ਕੇ ਹੱਸ ਨਾ, ਉਹਦੇ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕਰ। ਜੇ ਨਹੀਂ ਵੰਡਾ ਸਕਦਾ ਫਿਰ ਚੁੱਪ ਕਰ। ਕਿੱਡੀ ਵੱਡੀ ਸ਼ਾਂਤੀ ਹੈ। ਦੁਖੀ ਬੰਦੇ ਨੂੰ ਛੇੜੋ, ਇੱਕ ਤੇ ਉਹ ਤੁਹਾਡੇ ਗੱਲ ਪੈ ਜਾਊਗਾ ਵੀ ਹਾਂ ਹਾਂ ਤੂੰ ਮੈਨੂੰ ਮਾੜੇ ਟਾਈਮ ਛੇੜਦਾ ਸੀ, ਤੇ ਦੂਜੇ ਲੋਕ ਗੱਲਾਂ ਕਰਨਗੇ, ਮੂੰਹ ਤੇ ਕਹਿਣਗੇ ਹਾਂ ਸਹੀ, ਬਾਅਦ ਚੋਂ ਕਹਿੰਦੇ ਦੇਖੋ ਕਿੱਦਾਂ ਟਿਚਰਾਂ ਕਰਦਾ ਗਰੀਬਾਂ। ਦੁਨੀਆ ਕਿਸੇ ਦੀ ਮਿੱਤ ਨਹੀਂ ਹੈ। ਜਿਹੜਾ ਅੱਜ ਖੜਾ ਤੁਹਾਡੇ ਸਾਹਮਣੇ ਤੁਹਾਡੀ ਗੱਲ 'ਚ ਗੱਲ ਮਿਲਾਉਂਦਾ ਨਾ, ਉਹੀ ਬੰਦਾ ਪਿੱਠ ਮੋੜ ਕੇ ਆਖੇਗਾ ਵੇਖੋ ਕਿੱਡਾ ਫਰਿਆ ਫਿਰਦਾ, ਹੰਕਾਰਿਆ ਫਿਰਦਾ। ਕੌਣ ਆ ਕਿਸੇ ਦਾ ਇੱਥੇ? ਇੱਥੇ ਤੇ ਸਕੇ ਮਾਂ ਬਾਪ ਗੱਲਾਂ ਕਰ ਜਾਂਦੇ ਧੀ ਪੁੱਤਾਂ ਦੀਆਂ, ਧੀ ਪੁੱਤ ਮਾਪਿਆਂ ਦੀਆਂ ਕਰ ਜਾਂਦੇ ਪਿੱਠ ਪਿੱਛੋਂ। ਸਾਹਮਣੇ ਤੇ ਸਾਰੇ ਜੀ ਨੇ, ਜਿਹਨੂੰ ਮਰਜ਼ੀ ਛੇੜੋ, ਹਰੇਕ ਕਹਿੰਦਾ ਹਾਂਜੀ ਤੁਹਾਡੀਆਂ ਅਸੀਂ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਅੰਦਰ ਐਸੀ ਦਇਆ ਹੋਵੇ, ਕਿਸੇ ਦਾ ਦੁੱਖ ਨਹੀਂ ਵੇਖਣਾ, ਜਰਨਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਕਿਸੇ ਦਾ ਦੁੱਖ ਬਰਦਾਸ਼ਤ ਹੀ ਨਹੀਂ ਕੀਤਾ। ਜੇ ਕੋਈ ਸਮਾਂ ਸੀ ਨਾ, ਬਸੀ ਪਠਾਣਾ ਦੀ ਇੱਕ ਬ੍ਰਾਹਮਣ ਦੀ ਧੀ ਨੂੰ ਕੋਈ ਕੱਢ ਕੇ ਲੈ ਗਿਆ ਪਾਪੀ ਮੁਸਲਾ, ਧੱਕੇ ਨਾਲ ਡੋਲਾ ਖੋ ਕੇ ਲੈ ਗਿਆ। ਤੇ ਮੇਰੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ ਭੇਜਿਆ, ਇੱਕ ਵਾਰ ਹੁਸ਼ਿਆਰਪੁਰ, ਇੱਕ ਵਾਰ ਬਸੀ ਪਠਾਣਾ। ਕਹਿੰਦੇ ਜਾਓ, ਉਹ ਗਰੀਬ ਦਾ ਦੁੱਖ ਨਹੀਂ ਵੇਖਿਆ ਜਾਂਦਾ, ਛੁਡਾ ਕੇ ਲੈ ਕੇ ਆਓ। ਇਸੇ ਕਰਕੇ ਜਦੋਂ ਅੰਮ੍ਰਿਤਪਾਨ ਕਰਾਇਆ, ਸਭ ਤੋਂ ਪਹਿਲਾਂ ਧਰਮ ਵਿੱਚ ਦਇਆ ਆਈ। ਭਾਈ ਦਇਆ ਸਿੰਘ ਉੱਠਿਆ। ਦਇਆ ਸਿੱਖ ਦਾ ਗਹਿਣਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਜੀ ਦਇਆ ਪ੍ਰਵਾਨ, ਤਰਸ ਕਰਿਆ ਕਰ ਜੀਵਾਂ ਤੇ। ਤੂੰ ਤੇ ਹੱਡੀਆਂ ਝਟਕਾ ਕੇ ਬੱਕਰੇ ਖਾ ਕੇ ਕਹਿਣਾ ਮੈਂ ਰੱਬ ਦਾ ਭਗਤ, ਕਿਹੜੇ ਪਾਸੇ ਤੂੰ? ਜਦ ਤੇਰੇ ਅੰਦਰ ਦਇਆ ਹੀ ਨਹੀਂ। ਦਇਆ ਧਰਮ ਬਿਨ ਸਿੱਧ ਕਸਾਈ। ਦਇਆ ਕਮਾਉਂਦਾ ਨਹੀਂ, ਧਰਮੀ ਬਣਿਆ ਫਿਰਦਾ। ਕਹਿੰਦੇ ਸਿੱਧਾ ਸਿੱਧਾ ਕਸਾਈ ਹੈ ਤੂੰ, ਕਸਾਈ ਪੁੜੇ ਕਰਦਾ ਹੈ। ਮਾਸ ਚੱਖ ਕੇ ਕਿਹੜਾ ਰੱਬ ਮਨਾਉਣਾ ਹੈ? ਕਿਸ ਰੱਬ ਦੀ ਗੱਲ ਕਰਦਾ?
ਜਿਹਨੇ ਉਹ ਜੀਵ ਸਾਜਿਆ ਸੀ, ਉਹਨੂੰ ਜਨਮ ਦਿੱਤਾ, ਉਹਨੂੰ ਰੋਜੀ ਦਿੱਤੀ, ਉਹਨੂੰ ਵੱਢ ਕੇ ਖਾਣ ਵਾਲਿਆ, ਤੂੰ ਕਿਹੜੇ ਰੱਬ ਅੱਗੇ ਅਰਦਾਸਾਂ ਕਰਦਾ ਵੀ ਰੱਬਾ ਮੈਨੂੰ ਆਪਣਾ ਸਿੱਖ ਮੰਨ ਲਈ, ਮੇਰੇ ਤੇ ਤਰਸ ਕਰੀ, ਮੈਨੂੰ ਦੁਖੀ ਨਾ ਕਰੀ। ਆਉਣਗੇ ਦੁੱਖ। ਸਾਹਿਬ ਕਹਿੰਦੇ ਦਇਆ ਕਰਿਆ ਕਰੋ, ਜੀਵਨ ਦਾ ਵੱਡਾ ਅੰਗ ਹੈ। ਅਸ਼ਟਮ ਕੋਮਲ ਹਿਰਦਾ ਰੱਖੈ। ਤੇ ਅਗਲਾ ਬਚਨ ਕਹਿੰਦੇ 8ਵਾਂ ਆਪਣਾ ਹਿਰਦਾ ਕੋਮਲ ਰੱਖਣਾ। ਕੋਮਲ ਭਾਵ ਬਿਲਕੁਲ ਕਲੀਨ, ਸਾਫ ਸੁਥਰਾ, ਮੈਲੀ ਨਹੀਂ ਰੱਖਣੀ। ਕੋਈ ਬੁਰਾ ਕਰਦਾ ਕਰੀ ਜਾਏ, ਉਹਦੇ ਕਰਮ ਨੇ। ਕੋਈ ਬੰਦਾ ਮਾੜੇ ਕੰਮ ਕਰਦਾ ਜੀ ਤੁਹਾਡੀਆਂ ਅੱਖਾਂ ਸਾਹਮਣੇ, ਤੁਹਾਨੂੰ ਕੀ ਪ੍ਰੋਬਲਮ ਹੈ? ਗੋਰੇ ਸੁਖੀ ਕਿਉਂ ਨੇ ਸਾਡੇ ਨਾਲੋਂ? ਉਹਨਾਂ ਦੀ ਅੱਖਾਂ ਸਾਹਮਣੇ ਕੁਛ ਹੋਵੇ, ਕਹਿੰਦੇ ਸਾਨੂੰ ਕੀ, ਆਪਾਂ ਕੀ ਲੈਣਾ ਹੈ? ਆਪਾਂ ਤੇ ਆਪ ਦੁਖੀ ਆ। ਤੇ ਅਸੀਂ ਘਰੋਂ ਪਰੇਸ਼ਾਨ ਨਿਕਲਦੇ ਹੁੰਦੇ ਆ। ਬੰਦੇ ਦੀ ਘਰੇ ਲੜਾਈ ਘਰ ਵਾਲੀ ਨਾ ਹੋਈ ਹੁੰਦੀ ਹੈ, ਉਹ ਬਾਹਰ ਦੋ ਬੰਦੇ ਲੜਦੇ, ਉਹਨਾਂ ਦੀ ਟੈਨਸ਼ਨ ਚੁੱਕੀ ਜਾਂਦਾ, ਕਹਿੰਦਾ ਲੈ ਇਹ ਜਾਣਗੇ ਠਾਣੇ, ਅੱਜ ਪਤਾ ਕਰਕੇ ਕੀ ਗੱਲ ਹੋ ਰਹੀ ਹੈ, ਇਹ ਲੜੇ ਕਿਉਂ ਨੇ। ਅੱਜ ਜਿੰਨੇ ਹਾਦਸੇ ਹੁੰਦੇ, ਕਿਤੇ ਸੜਕ ਤੇ ਕੋਈ ਲੜਾਈ ਹੋ ਜੇ, ਉੱਥੇ ਹੈਲਪ ਵਾਲੇ ਕਿੰਨੇ ਕੁ ਹੁੰਦੇ ਆ? ਤਮਾਸ਼ਾ ਵੇਖਣ ਵਾਲੇ ਹੁੰਦੇ, ਇੰਟਰਸਟ ਲੈਣ ਵਾਲੇ। ਅੱਛਾ ਇਹਨੇ ਗੱਡੀ ਪਹਿਲਾਂ ਮਾਰੀ, ਕੋਨੇ ਮਾਰੀ? ਗਾਲ ਇਹਨੇ ਕੱਢੀ, ਕੋਨੇ ਕੱਢੀ? ਜ਼ਮਾਨੇ ਦੀਆਂ ਚਿੰਤਾਵਾਂ, ਟੈਨਸ਼ਨਾਂ। ਸਤਿਗੁਰ ਕਹਿੰਦੇ ਤੂੰ ਕੀ ਲੈਣਾ, ਮਨ ਇੰਨਾ ਕੋਮਲ ਰੱਖ। ਕੋਈ ਬੁਰਾ ਵੀ ਕਹਿ ਗਿਆ, ਉਹਦੇ ਲਈ ਥਾਂ ਨਹੀਂ ਰੱਖਣੀ। ਇਹਨੇ ਬੁਰਾ ਬੋਲਿਆ ਸੀ ਕਿਉਂਕਿ ਵਕਤ ਟਲ ਗਿਆ, ਸਮਾਂ ਟਲ ਗਿਆ। ਕਿਸੇ ਨੇ ਤੈਨੂੰ ਚੰਗਾ ਵੀ ਕਿਹਾ, ਸਿਫਤ ਕੀਤੀ, ਉਹ ਦਿਮਾਗ ਤੇ ਨਹੀਂ ਰੱਖਣਾ ਵੀ ਇਹ ਮੇਰੀ ਸਿਫਤ ਕਰਦਾ, ਸ਼ਾਇਦ ਮੇਰਾ ਫੋਲੋਅਰ ਹੈ, ਮੈਨੂੰ ਬਹੁਤ ਪਿਆਰ ਕਰਦਾ ਹੈ। ਇੱਥੇ ਕੁਛ ਨਹੀਂ ਪਤਾ ਕਦੋਂ ਕਿਹਨੇ ਕਿਹੜੀ ਥਾਂ ਤੇ ਕਿਹੜੇ ਮੋੜ ਤੇ ਬਦਲ ਜਾਣਾ ਹੈ। ਆਪਣੇ ਮਨ ਨੂੰ ਕੋਮਲ ਰੱਖਣਾ ਹੈ, ਫੁੱਲਾਂ ਵਰਗਾ ਰੱਖਣਾ ਏ। ਸ਼ੁਭ ਉਪਦੇਸ਼ ਸਭਨ ਸੋ ਭਖੈ। ਕਹਿੰਦੇ ਸ਼ੁਭ ਉਪਦੇਸ਼, ਚੰਗੀ ਮੱਤ ਸਾਰਿਆਂ ਨੂੰ ਦੇਣੀ ਤੇ ਆਪ ਧਾਰਨ ਕਰਨੀ ਹੈ। ਹੁਣ ਫੁੱਲ ਹੈ ਜੀ, ਫੁੱਲ ਕੋਮਲ ਹੈ। ਫੁੱਲ ਜਦੋਂ ਟਾਹਣੀ ਤੇ ਲੱਗਾ, ਉਹਨੂੰ ਪਤਾ ਹੈ ਵੀ ਮੈਂ ਕਿਸੇ ਨੇਤਾ ਦੇ ਗਲ ਦਾ ਹਾਰ ਬਣਨਾ, ਜਾਂ ਕਿਸੇ ਧਾਰਮਿਕ ਥਾਂ ਤੇ ਜਾਣਾ, ਜਾਂ ਕਿਸੇ ਦੀ ਕਬਰ ਤੇ ਪੈਣਾ। ਉਹਨੂੰ ਕੋਈ ਫਰਕ ਨਹੀਂ, ਭਾਵੇਂ ਉਹਨੂੰ ਮੁਰਦੇ ਤੇ ਸੁੱਟੀ ਜਾਓ। ਕਦੇ ਫੁੱਲ ਉੱਠ ਕੇ ਕਹਿੰਦੇ ਉਹ ਨਾ ਅਸੀਂ ਤੇ ਖੁਸ਼ੀਆਂ ਵਾਲੇ ਆ, ਫੁੱਲਾਂ ਵਾਲੀ ਕਾਰ ਦੇ, ਸਾਨੂੰ ਕੋਈ ਸੁੱਟਿਆ। ਭਾਵੇਂ ਕੋਈ ਕਿਸੇ ਦੀ ਅਰਥੀ ਤੇ ਪਾਵੇ, ਕਬਰ ਤੇ ਪਾਵੇ, ਭਾਵੇਂ ਕੋਈ ਵਿਆਹ ਤੇ ਪਾਵੇ, ਕਿਸੇ ਸਮਾਗਮ ਤੇ ਲਾਵੇ, ਗੁਰਦੁਆਰੇ ਮੰਦਿਰ ਮਸਜਿਦ ਰੱਖੇ, ਫੁੱਲ ਹਮੇਸ਼ਾ ਕੋਮਲ ਰਹਿੰਦਾ ਹੈ। ਕਬਰ ਤੇ ਪਿਆ ਵੀ ਕੋਮਲ ਰਹੇਗਾ, ਧਾਰਮਿਕ ਥਾਂ ਤੇ ਵੀ ਕੋਮਲ ਰਹੇਗਾ। ਮਰਦ ਕਹਿੰਦੇ ਐਸੀ ਕੋਮਲਤਾ ਸਿੱਖ ਦੇ ਜੀਵਨ ਵਿੱਚ ਹੋਵੇ। ਆਏਗੀ ਕਦੋਂ? ਜਿੱਦਣ ਸਹਿਨਸ਼ੀਲਤਾ ਆ ਗਈ, ਦਇਆ ਆ ਗਈ, ਤਰਸ ਆ ਗਿਆ। ਤੇ ਫਿਰ ਜਿੱਥੇ ਕੋਮਲਤਾ ਆ ਗਈ, ਉਸ ਕੋਮਲ ਹਿਰਦੇ ਦੇ ਵਿੱਚ ਪਰਮੇਸ਼ਰ ਜੀ ਆਪ ਵਸਦੇ ਨੇ। ਨੋਮੋ ਜਮ ਮੇਰ ਜਾਦ ਆਹਾਰਾ। ਮਰਦ ਕਹਿੰਦੇ ਫਿਰ ਅਗਲਾ 9ਵਾਂ ਹਿੱਸਾ ਜਮ ਦਾ ਕੀ ਹੈ? ਆਹਾਰ, ਭੋਜਨ। ਭੋਜਨ ਇੱਕ ਬਹੁਤ ਵੱਡੀ ਕਰਾਮਾਤ ਹੈ। ਸਾਰੀ ਦੁਨੀਆ ਰੋਟੀ ਪਿੱਛੇ ਭੱਜੀ ਫਿਰਦੀ, ਰੋਟੀ ਪਿੱਛੇ ਕੰਬਲੀ ਹੈ। ਉਹ ਵੀ ਭੱਜਿਆ ਫਿਰਦਾ ਰੋਟੀ ਪਿੱਛੇ ਜਿਹਨੂੰ ਨਸੀਬ ਨਹੀਂ ਹੁੰਦੀ। ਇੱਕ ਉਹ ਵੀ ਹੈ, ਢੋਲਾਂ ਦੇ ਢੋਲ ਭਰੇ ਆ, ਸੁਸਰੀਆਂ ਲੱਗੀਆਂ, ਕੀੜੇ ਲੱਗੇ ਆ, ਪਰ ਨਹੀਂ ਤਮਾਜੇ ਵੀ ਲੱਗੀ ਹੋ ਰਾਜੇ, ਰੋਟੀ ਪਿੱਛੇ ਆ ਨਾ। ਸਤਿਗੁਰ ਕਹਿੰਦੇ ਆਹਾਰ ਭੋਜਨ, ਜ਼ਿੰਦਗੀ 'ਚ ਉਹਨਾਂ ਕੀ ਰੱਖਿਓ ਤੁਹਾਡੇ ਜੀਵਨ ਤੇ ਭਾਰੂ ਨਾ ਪਵੇ। ਆਪਣੇ ਜੀਵਨ ਵਿੱਚ ਮਨੁੱਖ ਨੂੰ ਕਹਿੰਦੇ ਚੌਥਾ ਹਿੱਸਾ ਭੋਜਨ ਕਰਨਾ ਚਾਹੀਦਾ। ਚੌਥਾ ਹਿੱਸਾ ਅਸੀਂ 6 ਗੁਣਾ ਖਾਈਦਾ, ਆਖੋ ਸਤਿਨਾਮ। ਵੈਸੇ ਤੇ ਵਕਤ ਤੇ 2 ਹੀ ਹੁੰਦੇ ਆ ਨਾ ਰੋਟੀ ਦੇ। ਧਾਰਮਿਕ ਸਥਾਨਾਂ ਤੇ ਜਾਓ ਪਤਾ ਲੱਗ ਜੂ, ਪਰ ਸਮਝਿਆ ਨਹੀਂ ਕਦੇ। ਜਦ ਕੋਈ ਬੰਦਾ ਸੁਭਾਵਿਕ ਗੱਲ ਕਰਦਾ ਹੈ, ਕਹਿੰਦਾ ਜੀ ਬਸ ਰੱਬ 2 ਟਾਈਮ ਦੀ ਰੋਟੀ ਦੇਈ ਜਾਂਦਾ, ਹੋਰ ਕੀ 3 ਟਾਈਮ ਕਿਹਾ ਕਿਸੇ ਨੇ? ਮੈਂ ਨਹੀਂ ਸੁਣਿਆ ਕਿਸੇ ਤੋਂ। ਸਿਰਫ ਖਾਣ ਪੀਣ ਵਾਲਿਆਂ ਤੋਂ ਸੁਣੀਦਾ ਵੀ 3 ਟਾਈਮ ਖਾਣਾ ਖਾਣਾ ਚਾਹੀਦਾ, ਡਾਕਟਰ ਕਹਿੰਦਾ 3 ਟਾਈਮ ਖਾ ਲਿਆ ਕਰੋ। ਪਰ ਸੁਭਾਵਿਕ ਗੱਲ ਹੈ, ਕਿਸੇ ਸਾਧੂ ਕੋਲ ਜਾਓ, ਫਕੀਰ ਕੋਲ ਜਾਓ, ਉਹ ਕਹਿੰਦਾ ਸ਼ੁਕਰ ਕਰ ਰੱਬ ਦਾ, ਯਾਰ ਤੈਨੂੰ 2 ਵਕਤ ਦੀ ਰੋਟੀ ਮਿਲਦੀ ਹੈ। ਕਿਤੇ ਨਾ ਕਿਤੇ ਰੋਟੀ ਤੇ 2 ਵਕਤ ਦੀ ਹੈ, 3 ਵਕਤ ਦੀ ਕਰ ਲਈ ਤੇ ਬਿਮਾਰ ਪਏ ਆ ਸਾਰੇ। ਅੱਜ ਤੋਂ 70 ਸਾਲ ਪਹਿਲਾਂ ਦੱਸੋ ਜੀ, ਸ਼ੂਗਰ ਕਿਹਨੂੰ ਕਿਹਨੂੰ ਜ਼ਿਆਦਾ ਸੀ ਇੱਥੇ ਭਾਰਤ ਵਿੱਚ? ਬੀਪੀ ਕਿਹਨੂੰ ਸੀਗਾ? ਲੋਕੀ ਭੇਲੀਆਂ ਦੀਆਂ ਭੇਲੀਆਂ ਗੁੜ ਖਾਂਦੇ ਸੀ, ਦੁੱਧਾਂ ਦੇ ਦੁੱਧ ਬਾਲਟੀਆਂ ਭਰ ਕੇ ਪੀਂਦੇ ਸੀ। ਹੁਣ ਤੇ ਮੈਂ ਕਹਿੰਦਾ ਇੱਕ ਪੈਕਟ ਦੁੱਧ ਪੀ ਕੇ ਟੱਟੀਆਂ ਲੱਗ ਜਾਂਦੀਆਂ ਨੇ। ਭੱਜੇ ਫਿਰਦੇ ਲੋਕੀ, ਇੱਕ ਚਮਚਾ ਘਿਓ ਖਾ ਕੇ ਪਚਦਾ ਹੀ ਨਹੀਂ ਹੈ। ਹਾਲਤ ਕਿਹੜੀ ਹੈ? ਕਿਤੇ ਨਾ ਕਿਤੇ ਆਹਾਰ ਲੋੜ ਤੋਂ ਵੱਧ ਕੇ ਹੋ ਗਿਆ। ਸਾਰੀ ਰਾਤ ਬੰਦਾ ਸੁੱਤਾ ਰਹਿੰਦਾ ਹੈ, 3 ਟਾਈਮ ਰੋਟੀ ਨਹੀਂ ਖਾਂਦਾ, ਨਾ ਸੁੱਤਾ ਪਿਆ ਚਾਹ ਪੀਵੇ ਪੀਂਦਾ ਜੀ। ਦਿਨ ਦੇ ਵਿੱਚ 3-3 ਵਾਰ ਚਾਹ, 3-3 ਵਾਰ ਰੋਟੀ, ਇਨਵਿਟ ਮੀਲ, ਜੋ ਕੁਛ ਆ ਗਿਆ ਧੱਕੇ ਚੜ ਗਿਆ ਚੱਲਣ ਦੇ। ਤੇ ਫਿਰ ਲੀਵਰ ਨੇ ਡੈਮੇਜ ਆਪ ਹੀ ਹੋਣਾ ਹੈ। ਇੱਕ ਵਾਰ ਤੇ ਉਹਦੇ ਤੇ ਲੋਡ ਪਾਤਾ ਟਰੱਕ ਜਿੰਨਾ ਵੀ ਦੱਬੀ ਚੱਲ ਕੰਮ, ਇੱਕ ਵੇਲੇ ਵਿਹਲਾ ਛੱਡਤਾ ਉਹਨੂੰ, ਫਿਰ ਕੀ ਹੋਊ? ਕਿਸੇ ਗੱਡੀ ਤੇ ਬਹੁਤਾ ਲੋਡ ਲੱਦੋ ਤੇ ਕਦੇ ਖਾਲੀ ਛੱਡੋ, ਬੈਲਟਾਂ ਢਿੱਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਜਾਣਦੇ ਮਕੈਨਿਕ। ਕਹਿੰਦੇ ਜਾ ਤੇ ਲੋਡ ਪ੍ਰੋਪਰ ਰੱਖੋ, ਹਿਸਾਬ ਦਾ ਰੱਖੋ। ਵੱਧ ਲੋਡ ਪਾਤਾ
ਉਦੋਂ ਵੀ ਬੈਲਟ ਸਲਿੱਪ ਮਾਰੂਗੀ, ਘੱਟ ਪਾਤਾ ਉਦੋਂ ਵੀ ਟਾਇਰਾਂ ਦੀਆਂ ਗੁੱਡੀਆਂ ਜਾਣਗੀਆਂ। ਤੇ ਜਦੋਂ ਇਹ ਸਰੀਰ ਵਿੱਚ ਕਹਿੰਦੇ ਆਹਾਰ ਲੋੜ ਤੋਂ ਵੱਧ ਕੇ ਸੁੱਟੇਗਾ, ਆਲਸ, ਦਲਿੱਦਰ, ਗੁੱਸਾ, ਕ੍ਰੋਧ, 36 ਤਰ੍ਹਾਂ ਦੇ ਰੋਗ ਇਸ ਪੇਟ ਵਿੱਚੋਂ ਪ੍ਰਗਟ ਹੋਣੇ ਨੇ। ਭਲਾ ਬੁਰਾ ਲਖ ਕਰੇ ਵਿਚਾਰ। ਭੋਜਨ ਵਿੱਚ ਵੀ ਬੁਰਾ ਤੇ ਭਲਾ ਜਾਣ ਕੇ ਆਹਾਰ ਕਰਨਾ ਹੈ। ਹੁਣ ਜੋਗੀਆਂ ਦਾ ਸਰੀਰ ਵੇਖਿਓ ਜੀ, ਉਹਨਾਂ ਦਾ ਢਿੱਡ ਨਾਲ ਲੱਗਿਆ ਹੁੰਦਾ ਤੇ ਸਾਡਾ ਵਾਹ ਕਰਿਓ, ਸਾਡਾ ਪੰਜਾਬ ਵਾਲਿਆਂ ਦੇ ਪੈਰ ਨਹੀਂ ਦਿਖਦੇ। ਆ ਕਿੰਨੇ ਸਾਡੇ ਮੰਤਰੀ ਨੇ, ਕਿਤੇ ਖੜਾ ਕੇ ਪੁੱਛੋ ਵੀ ਆਪਣੇ ਪੈਰ ਵੇਖੇ ਨੂੰ ਕਿੰਨੇ ਸਾਲ ਹੋ ਗਏ, ਨਹੀਂ ਦਿਸਦੇ। ਢਿੱਡੀ ਏਡੇ ਵੱਡੇ ਆ, ਸਾਰੇ ਪਾਸੇ ਡਿਪਾਰਟਮੈਂਟ 'ਚ ਹੀ ਹਾਲ ਹੈ। ਮੈਂ ਕਹਿੰਦਾ ਤੰਦਰੁਸਤ ਉਹ ਬੰਦਾ ਏ ਜਿਹਨੂੰ ਆਪਣੇ ਖੜੇ ਪੈਰ ਦੀਆਂ ਉਂਗਲਾਂ ਤੇ ਅੱਡੀਆਂ ਦਿਸਦੀਆਂ ਨੇ ਨਾ, ਉਹ ਬੰਦਾ ਸਿਹਤਮੰਦ ਹੈ, ਲੌਂਗ ਰਨ ਚੱਲੇਗਾ। ਤੇ ਜਿਹੜੇ ਵਿਚਾਰੇ ਨੂੰ ਆਪਣੇ ਢਿੱਡ ਅੱਗੇ ਪੈਰ ਹੀ ਨਹੀਂ ਦਿਸਦੇ, ਤੇ ਉਹਨੂੰ ਦਿਸਣਾ ਕੀ ਹੈ? ਰੋਗ ਦੀ ਨਿਸ਼ਾਨੀ ਹੈ। ਕਹਿੰਦੇ ਜੋਗੀ ਦਾ ਸਰੀਰ ਜਿਮਨਾਸਟਿਕ ਵਰਗਾ ਹੁੰਦਾ ਹੈ, ਲਾਸਟਿਕ ਵਰਗਾ ਹੁੰਦਾ ਹੈ। ਉਹਦੇ ਪੇਟ ਵਿੱਚ ਭੋਜਨ ਨਹੀਂ ਰਹਿੰਦਾ, ਉਹ ਜਿੰਨਾ ਖਾਏਗਾ ਉਹਨਾਂ ਵੱਲ ਤਿਆਗ ਕਰ ਦੇਗਾ। ਇੱਥੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੀਵੀ ਲਾ ਲਓ ਜੀ, ਦੁਨੀਆ ਰੱਜ ਕੇ ਵੀ ਬਹੁਤ ਖਾਊ, ਮਹਿੰਗਾ ਮਹਿੰਗਾ ਸ਼ਿੰਗਾਰ ਕਰਕੇ ਖਾਣਗੇ, ਆਹ ਮਹਿੰਗਾ ਖਾਓ, ਆਹ ਖਾਓ, ਮੁੜ ਕੇ ਪਤਾ ਕਹਿੰਦੇ ਹਾਜਮੁੱਲੇ ਦੀ ਗੋਲੀ ਹੈ, ਪੇਟ ਸਫਾ ਮਿਲ ਜੂਗੀ। ਕਿਸੇ ਨੂੰ ਪੁੱਛੋ ਸਵੇਰੇ ਯਾਤਰਾ ਤੇ, ਕਹਿੰਦੇ ਅਸੀਂ ਤਾਂ ਨਹੀਂ ਜਾ ਸਕਦੇ ਜੀ, ਸਾਰੇ ਟੱਬਰ ਦਾ ਪੇਟ ਸਾਫ਼ ਨਹੀਂ ਹੁੰਦਾ। ਬਿਮਾਰੀ ਕਿੱਡੀ ਵੱਡੀ ਹੈ, ਰੋਗ ਕਿੱਡਾ ਵੱਡਾ ਹੈ, ਕਿਉਂ ਲੱਗਿਆ? ਸੋਚਿਆ ਕਿਤੇ? ਜੋਗੀਆਂ ਨੂੰ ਕਿਉਂ ਨਹੀਂ, ਸਾਧੂਆਂ ਨੂੰ ਕਿਉਂ ਨਹੀਂ? ਕਹਿੰਦੇ ਉਹ ਆਪਣੇ ਆਹਾਰ ਨੂੰ ਸੰਜਮ ਵਿੱਚ ਰੱਖਦੇ ਆ। ਇੱਕ ਪਾਸੇ ਕੋਈ ਲੱਖ ਰੁਪਇਆ ਦੇ ਦੇ, ਆਖੇ ਮਹਾਂਪੁਰਖੂ ਆਹ ਖਾ ਲਓ, ਕਹਿੰਦੇ ਚੁੱਕ ਲਾ, ਲੈ ਜਾ ਪਾਸੇ, 2 ਫੁਲਕੇ ਖਾਣੇ ਆ, ਕੁਛ ਵੀ ਨਾਲ ਨਹੀਂ ਖਾਣਾ, ਬਿਲਕੁਲ ਸਾਦਗੀ ਦੇ। ਮਹਾਰਾਜ ਕਹਿੰਦੇ ਜਦੋਂ ਸਿੱਖ ਦਾ ਜੀਵਨ ਸਾਦਗੀ ਵਾਲਾ ਹੋਏਗਾ, ਚੁਸਤ ਫੁਰਤ ਹੋਏਗਾ। ਆ ਲੇਬਰ ਵਾਲੇ ਲੋਕ ਕਿੰਨੇ ਤੰਦਰੁਸਤ ਰਹਿੰਦੇ ਆ, ਕਿਤੇ ਕੰਮ ਕਰਦੇ ਆ ਸਾਰਾ ਦਿਨ, ਮਿੱਠਾ ਵੀ ਦੱਬ ਕੇ ਪੀਂਦੇ ਆ ਇਹ, ਤੇ ਰੋਟੀ ਇਹ ਹਿਸਾਬ ਦੀ ਖਾਂਦੇ ਆ, ਬਹੁਤ ਹਿਸਾਬ ਦੀ। ਜੇ ਹੁਣ ਇਹ 5-6 ਪਰੌਂਠੇ ਖਾ ਕੇ ਪੈ ਜਾਣ, ਅਗਲਾ ਕਹਿੰਦਾ ਚੜੋ ਚਾਲੀ ਤੇ ਕੰਮ ਕਰ, ਕਹਿੰਦਾ ਨਹੀਂ ਭਈਆ ਨੀਂਦ ਆ ਰਹੀ ਹੈ। ਉਹਨੂੰ ਪਤਾ ਵੀ ਰੋਟੀਆਂ ਖਾ ਕੇ ਕੰਮ ਨਹੀਂ ਹੋਣਾ। ਤੇ ਰਾਤ ਵੇਲੇ ਵੀ ਖੁਰਾਕਾਂ ਇਹਨਾਂ ਦੀਆਂ ਚਾਵਲ ਨੇ, ਹਲਕੀ ਫੁਲਕੀ ਖਾਂਦੇ ਆ, ਦੱਬ ਕੇ ਨਹੀਂ ਖਾਂਦੇ। ਇੱਕ ਪ੍ਰਮਾਣ ਹੈ। ਕਹਿੰਦੇ ਯੋਗੀ ਦੇ ਜੀਵਨ ਵਿੱਚ ਆਹਾਰ ਬਹੁਤ ਥੋੜ੍ਹਾ ਹੈ, ਸਿੱਖ ਦੇ ਜੀਵਨ ਵਿੱਚ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਗੁਰਮਤਿ ਪਾਏ। ਇਹਦੇ ਨਾਲ ਗੁਰਮਤਿ ਦਾ ਕੀ ਲੈਣ ਦੇਣ ਹੈ? ਮਹਾਰਾਜ ਕਹਿੰਦੇ ਥੋੜ੍ਹਾ ਖਾ, ਘੱਟ ਸੌਂ, ਤੇਰੇ ਜੀਵਨ ਵਿੱਚ ਗੁਰੂ ਦੀ ਮੱਤ ਤਾਂ ਆਏਗੀ। ਬਹੁਤੀਆਂ ਰੋਟੀਆਂ ਡੱਫ ਕੇ ਬਹਿ ਜਾਓ, ਕੋਈ ਸੁਣਾਉਣ ਲੱਗ ਜੇ, ਬਸ ਫਿਰ ਪਾਰਵਤੀ ਵਾਂਗੂ ਜਿਵੇਂ ਤੋਤਾ ਹੰਗੂਰਾ ਭਰਦਾ ਸੀ, ਹਾਂ ਹਾਂ ਵਧੀਆ ਵਧੀਆ ਹੋ ਗਿਆ। ਕੀ ਰਿਹਾ? ਯਾਦ ਰਿਹਾ ਕੁਛ? ਨਹੀਂ। ਯਾਦ ਉਦੋਂ ਰਹੇਗਾ ਜਦੋਂ ਤੰਦਰੁਸਤੀ ਹੋਏਗੀ। ਗਰੀਬ ਨਵਾਜ ਕਹਿੰਦੇ ਇਹ 9ਵਾਂ ਯਮ ਮਨੁੱਖ ਦੇ ਸਰੀਰ ਵਿੱਚ ਹੋਣਾ ਚਾਹੀਦਾ ਏ। ਸਰੀਰ ਦੀ ਹੋਂਦ ਭੋਜਨ ਕਰਕੇ ਹੈ, ਉਹੀ ਲੋੜ ਤੋਂ ਵੱਧ ਕੀ ਹੋਇਆ ਤੇ ਤੁਹਾਡਾ ਮਨ ਕਿੱਥੇ ਟਿਕੇਗਾ? ਮਨ ਫਿਰ ਰੋਗੀ ਹੋ ਜਾਏਗਾ। ਆਵਣ ਕੋ ਆਹਾਰ ਹੈ ਜੀਤੋ। ਕਹਿੰਦੇ ਜਿੰਨੇ ਵੀ ਆਹਾਰ ਹਨ ਖਾਣ ਵਾਲੇ, ਜਿੰਨੇ ਵੀ ਖਾ ਲਓ, ਪਰ ਸੰਜਮ ਦੇ ਵਿੱਚ। ਭੋਜਨ ਨੂੰ ਸਵਾਦ ਦੇ ਮੁਤਾਬਕ ਨਹੀਂ ਖਾਣਾ ਚਾਹੀਦਾ। ਆਪਾਂ ਖਾਂਦੇ ਹਾਂ ਸਵਾਦ ਕਰਕੇ, ਕੋਈ ਚੀਜ਼ ਆਈ ਪਕੌੜੇ ਕੱਢ ਲਏ ਮੰਨ ਲਓ ਘਰੇ, ਆਉਣ ਦੇ ਬਈ ਦੱਬੀ ਚੱਲ ਕੰਮ, ਭਰ ਗਿਆ ਢਿੱਡ, ਕਹਿੰਦੇ ਹੁਣ ਕੋਕ ਪਿਲਾ ਦੇ। 15 ਮਿੰਟਾਂ ਬਾਅਦ ਯਾਰ ਚਾਹ ਵੀ ਰੱਖ ਲਾ, ਭਰ ਲਿਆ, ਸਵਾਦ ਲਾ ਖਾਧਾ ਨਾ। ਇੱਕ ਉਹ ਸੀ, 1-2 ਪੀਸ ਚੁੱਕੇ ਆ, ਉਹ ਵੇਖਦੇ ਆ ਵੀ ਇਹ ਤੇ ਸਿਰਫ ਪੇਟ ਤੱਕ ਰੱਖਣਾ, ਕਚਰਾ ਥੋੜੀ ਭਰਨਾ ਅੰਦਰ। ਗਲ ਤੋਂ ਅੰਦਰ ਜਾ ਕੇ ਹਰ ਚੀਜ਼ ਕਚਰਾ ਬਣ ਜਾਂਦੀ ਹੈ। ਲੀਵਰ ਕੀ ਕਰੇਗਾ? ਬਾਡੀ ਕੀ ਕਰੇਗੀ? ਰੋਗ ਲੱਗਣਗੇ ਨਾ। ਕਹਿੰਦੇ ਯੋਗੀ ਬੜੇ ਸੰਜਮ ਦਾ ਖਾਂਦੇ ਆ, 2 ਵਕਤ ਖਾਂਦੇ ਆ, ਬੜਾ ਥੋੜਾ ਖਾਂਦੇ ਆ। ਉਹ ਜਿਹੜਾ 2 ਵਕਤ ਵਿੱਚ ਵੀ ਉਹਨਾਂ ਨੇ ਖਾਣਾ, ਕਹਿੰਦੇ ਭੋਜਨ ਦਾ ਚੌਥਾ ਹਿੱਸਾ ਔਖਾ ਹੋ ਜੂ ਆਪਾਂ ਨੂੰ। ਤਾਂ ਅਸੀਂ ਤੇ ਰਾਤ ਨੂੰ ਸੌਣ ਲੱਗੇ ਵੀ 5-5 ਰੋਟੀਆਂ ਖਾਈਦੀਆਂ। ਤੇ ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਕਹਿੰਦੇ 1 ਫੁਲਕਾ ਸਵੇਰੇ, ਚਲੋ ਜੇ ਦੌੜ ਪਈਏ 1 ਦੁਪਹਿਰੇ ਖਾ ਲਓ, 1 ਅੱਧੀ ਰੋਟੀ ਸ਼ਾਮ ਨੂੰ ਖਾ ਲਓ। ਫਿਰ ਵੇਖੋ ਸਰੀਰ ਕਿੱਦਾਂ ਭੰਬੀਰੀ ਵਾਂਗ ਭੱਜਦਾ। ਸਾਥੋਂ ਉੱਠਿਆ ਨਹੀਂ ਜਾਂਦਾ ਪਾਣੀ ਪੀਣ ਵਾਸਤੇ। ਕਿਉਂ? ਭਗਤੀ ਅਸੀਂ ਕਿੱਥੋਂ ਕਰ ਲਾਂਗੇ? ਕਿਹੜੀ ਮਾਲਾ ਜਪ ਲਾਂਗੇ? ਕਿਹੜੀ ਅਸੀਂ ਸੇਵਾ ਕਰ ਲਾਂਗੇ? ਕਿਹੜੀ ਯਾਤਰਾ ਕਰ ਲਾਂਗੇ? ਕਿਹਨੂੰ ਨਾਮ ਜਪਾ ਲਾਂਗੇ? ਕਿਹੜਾ ਸਹਿਜ ਪਾਠ ਕਰ ਲਾਂਗੇ? ਰੋਗੀ ਤੇ ਹੋਏ ਬੈਠੇ। ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ। ਪਹਿਲਾਂ ਗੋਡੇ ਗਏ, ਸਰਵਾਈਕਲ ਹੋ ਗਿਆ, ਹੁਣ ਮੋਢੇ ਵੀ ਗਏ। ਆਹ ਝਾਕਦਾ ਮੋਰ ਵਾਂਗੂ ਬੈਠਾ ਆਲਾ ਦਾਲਾ ਵੀ ਹੁਣ ਕੀ ਕਰੂ, ਜਿਵੇਂ ਕਬੂਤਰ ਬੈਠਾ ਹੁੰਦਾ। ਕਿਉਂ ਹੋਇਆ? ਸਾਰਾ ਕੁਝ ਖਾ ਲਿਆ, ਸੌਂ ਗਏ, ਰਾਸ਼ਨ ਪੀੜਿਆ, ਚੱਲ ਬੈੱਡ ਤੇ। 6 ਮਹੀਨੇ ਬਾਅਦ ਬੈੱਡ ਦੇ ਗੱਦੇ ਵੀ ਖਰਾਬ ਹੋ ਜਾਂਦੇ। ਕਹਿੰਦੇ ਚੇਂਜ ਕਰੋ, ਦੱਬ ਕੇ ਵਿੱਚੋਂ ਦੱਬਣਾ ਹੀ ਆ, ਰਹਿਣਾ ਹੀ ਬੈੱਡ ਤੇ ਆ ਬਿਮਾਰਾਂ ਵਾਂਗੂ। ਹਸਪੀਟਲ ਵਿੱਚ ਜਿਮ ਥੋੜਾ ਖੋਲ੍ਹੇ ਹੁੰਦੇ ਆ, ਬੈੱਡ ਹੀ ਲੱਗੇ ਹੁੰਦੇ ਆ ਨਾ। ਅੱਜ ਸੁੱਖ ਨਾਲ ਲੋਕਾਂ ਦੇ ਘਰਾਂ ਵਿੱਚ 5-5 ਬੈੱਡਰੂਮ ਨੇ,
ਹਸਪੀਟਲ ਨੇ, ਪਏ ਰਹੋ ਆਰਾਮ ਨਾਲ। ਰੋਗ ਦਾ ਘਰ ਹੈ। ਯੋਗੀ ਸੌਂਦਾ ਨਹੀਂ ਹੈ। ਯੋਗੀ ਦਾ ਸੁਭਾਅ ਹੋਏਗਾ, ਉਹ ਰਾਤ ਵੇਲੇ ਸੋਏਗਾ, ਧਰਤੀ ਤੇ ਸੋਏਗਾ, ਸਾਰਾ ਦਿਨ ਤੁਰਿਆ ਫਿਰਦਾ ਰੂ, ਇੱਧਰ ਉੱਧਰ ਇੱਧਰ ਉੱਧਰ। ਲੋਕੀ ਕਹਿੰਦੇ ਭਟਕਦਾ ਫਿਰਦਾ ਸਾਧ। ਕਿੰਨੇ ਲੋਕ ਮੰਗਣ ਆਉਂਦੇ, ਕਦੇ ਸੁੱਤੇ ਵੇਖੇ ਆ ਜੀ? ਸਾਰਾ ਦਿਨ ਫਿਰਦੇ ਆ, ਚਾਹੇ ਜਿਹੋ ਜਿਹੇ ਮਰਜ਼ੀ, ਸਾਨੂੰ ਕੀ ਉਹਨਾਂ ਦੇ ਕਰਮ ਕਿਹੋ ਜਿਹੇ ਆ, ਪਰ ਰਾਤ ਵੇਲੇ ਸੌਂਦੇ ਆ। ਜਗਾਇਆ ਜਾਗ ਨਹੀਂ ਆਉਂਦੀ। ਅਸੀਂ ਸਾਰਾ ਦਿਨ ਪਏ ਰਹਿੰਦੇ ਆ, ਰਾਤ ਨੂੰ ਨੀਂਦ ਨਹੀਂ ਆਉਂਦੀ। 11-12 ਵਜੇ ਸੌਂਦੇ ਆ, ਸਵੇਰੇ 3-4 ਵਜੇ ਫਿਰ ਪਾਸੇ ਮਾਰਨੇ ਸ਼ੁਰੂ ਕਰ ਦਈਦੇ ਵੀ ਦੇਖ ਟਾਈਮ ਕਿੰਨਾ ਹੋ ਗਿਆ, 3 ਵੱਜ ਗਏ, ਚੱਲ ਘੰਟਾ ਹੋਰ ਸਹੀ। 5 ਵੱਜਣੇ ਅਜੇ ਨਹੀਂ ਵੱਜੇ। ਦੁਖੀ ਕਿੰਨਾ ਬੰਦਾ। ਅੱਖ ਕਿੰਨੀ ਵਾਰ ਖੁੱਲ੍ਹਦੀ ਹੈ? ਭੋਜਨ ਦੀ ਕਿਰਪਾ। ਸਾਹਿਬ ਕਹਿੰਦੇ ਚੌਥਾ ਹਿੱਸਾ ਭੋਜਨ ਦਾ ਸਿੱਖ ਦੇ ਜੀਵਨ ਦੇ ਵਿੱਚ ਹੋਵੇ। ਚੌਥੇ ਭਾਗ ਖਾਏ ਕੰਮ ਤੇ ਤੋ। ਕਹਿੰਦੇ ਚੌਥਾ ਭਾਗ ਕਿੱਡਾ ਕੁ ਹੁੰਦਾ ਜੀ? ਮੰਨ ਲਓ ਚੌਥੇ ਦਾ ਆਪਾਂ ਕਰ ਲਈਏ ਵੀ 4 ਰੋਟੀਆਂ ਨੇ, 4 ਚੋਂ 1 ਖਾਣੀ ਹੈ। ਮੈਂ ਕਹਿੰਦਾ ਮੈਂ ਨਹੀਂ ਲਾਗੂ ਕਰ ਸਕਦਾ, ਮੇਰੀ ਤਾਂ ਜਾਨ ਨਿਕਲ ਜਾਊ, ਮੈਂ ਤੇ ਮਰ ਜਾਣਾ। ਪਰ ਨਹੀਂ, ਕੋਸ਼ਿਸ਼। ਪਰ ਅੱਜ ਕੰਮ ਪੁੱਠਾ ਏ, ਦਿਨੇ ਜਿੰਨਾ ਮਰਜ਼ੀ ਦੱਬ ਕੇ ਖਾਓ, ਕਹਿੰਦੇ ਰਾਤ ਨੂੰ ਖਾਣਾ ਹੀ ਕੁਛ ਨਹੀਂ। ਫਿਰ ਕੀ ਹੋਊਗਾ? 1 ਤੇ 12 ਘੰਟਿਆਂ ਦੀ ਰਾਤ ਦੇ ਵਿੱਚ ਲੀਵਰ ਕੀ ਰਿਪੇਅਰ ਕਰੇਗਾ? ਉਹਦੇ ਕੋਲ ਹੈ ਹੀ ਕੁਛ ਨਹੀਂ। ਜਿੰਨੇ ਉਹਨੇ ਐਂਜ਼ਾਈਮ ਬਣਾਉਣੇ ਸੀ, ਭੋਜਨ ਦਿੱਤਾ ਉਹਨੂੰ ਨਹੀਂ, ਤੇ ਜੇ ਖਾਧਾ ਤੇ ਖਾ ਕੇ ਸੌਂਗੇ। ਇਹ ਸਿਸਟਮ ਠੀਕ ਕਰਨਾ ਪੈਣਾ ਹੈ। ਗੁਰੂ ਸਾਹਿਬ ਉਹੀ ਦੱਸਦੇ ਆ, ਕਹਿੰਦੇ ਤੂੰ ਨਹੀਂ ਕਰੇਂਗਾ। ਅੱਜ ਅਸੀਂ ਜ਼ੋਰ ਲਾਇਆ ਹੋਇਆ, ਲੀਵਰ ਸੈੱਟ ਕਰ ਲਾਂ, ਕਿਡਨੀ ਸੈੱਟ ਕਰ ਲਾਂ, ਤੇਰੇ ਸੈੱਟ ਕਰਿਆ ਥੋੜ੍ਹੀ ਹੋਣੀ ਹੈ ਇਹ। ਇਹਨੂੰ ਇੰਨਾ ਕਿ ਖੁਰਾਕ ਦੇ ਵੀ ਇੰਜਣ ਗਰਮ ਨਾ ਹੋਵੇ। ਕੋਈ ਪਲੇਨ ਹੈ, ਟ੍ਰੇਨ ਹੈ, ਬੱਸ ਹੈ, ਕਾਰ ਹੈ, ਉਹਦੇ ਰੂਟ ਰੱਖੇ ਹੋਏ ਆ ਵੀ ਇਹ ਬੱਸ ਜੇ ਅੰਮ੍ਰਿਤਸਰੋਂ ਬਠਿੰਡਾ ਚੱਲੀ ਹੈ ਨਾ, ਜਾਂ ਅੰਮ੍ਰਿਤਸਰੋਂ ਚੰਡੀਗੜ੍ਹ ਚੱਲੀ ਹੈ, ਇਹ ਨਹੀਂ ਆ ਵੀ ਇੱਥੇ ਆ ਕੇ 15 ਮਿੰਟਾਂ ਬਾਅਦ ਤੁਰ ਪੈਣੀ। ਉਹਨੇ ਖੜ੍ਹ ਜਾਣਾ 2-4 ਘੰਟੇ, ਤਾਂ ਜੋ ਉਹਨੂੰ ਰਿਲੈਕਸ ਮਿਲੇ, ਠੰਡੀ ਹੋਵੇ। ਬੇਸ਼ੱਕ ਉਹਦੇ 'ਚ ਰੇਡੀਏਟਰ ਲੱਗਾ, ਉਹਨੂੰ ਠੰਡਾ ਵੀ ਕਰਦਾ, ਪਰ ਫਿਰ ਵੀ ਖੜੀ ਹੈ। ਸਰੀਰ ਦਾ ਵੀ ਸਿਸਟਮ ਇਹੀ ਹੈ। ਕਹਿੰਦੇ ਯੋਗੀ ਸਵੇਰੇ ਭੋਜਨ ਕਰਦੇ ਆ ਤੇ ਫਿਰ ਸ਼ਾਮ ਨੂੰ ਕਰਦੇ ਆ, ਉਹ ਵੀ 5-6 ਵਜੇ, ਜਿਹਦੇ ਨਾਲ ਸਰੀਰ ਸੰਜਮ 'ਚ ਰਹਿੰਦਾ ਹੈ। ਚੌਥਾ ਹਿੱਸਾ ਛਕ ਕੇ ਭੁੱਖ ਤੇ ਰੋਗ ਸਤਾਉਂਦਾ ਨਹੀਂ। ਦਸਮੋ ਜਮ ਸੋ ਸੋਚ ਲਖੀਜੈ। 10ਵੀਂ ਨਿਸ਼ਾਨੀ ਯਮ ਦੀ, ਕਹਿੰਦੇ ਸੌਚ। ਸੌਚ ਨਾਮ ਹੈ ਨਹਾਉਣਾ ਧੋਣਾ ਪਵਿੱਤਰ ਦਾ। ਜਿੱਥੇ ਭੋਜਨ ਘੱਟ, ਉੱਥੇ ਇਸ਼ਨਾਨ ਜ਼ਿਆਦੇ, ਸਵੱਛਤਾ ਜ਼ਿਆਦੇ। ਮੈਲ ਅਭਿਆਨ ਨਹੀਂ ਰੱਖਣਾ ਵੀ ਨਹਾਉਣਾ ਹੀ ਨਹੀਂ ਆਪਾਂ ਤੇ 4-4 ਦਿਨ। ਕਹਿੰਦੇ ਨਹਾਉਣਾ ਏ, ਸਵਖਤੇ ਨਹਾਓ ਅੰਮ੍ਰਿਤ ਵੇਲੇ। ਹੋ ਸਕਦਾ ਹੈ ਸ਼ਾਮ ਨੂੰ ਸੌਣ ਵੇਲੇ ਨਹਾ ਲਓ, ਪਰ ਇਸ਼ਨਾਨ ਜ਼ਰੂਰੀ ਹੈ, ਸੌਚ ਤਾਂ ਜ਼ਰੂਰੀ ਹੈ। ਬੜੀ ਵਾਰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਸੋਚ ਨਾਮ ਸੁਚਮਤਾ ਹੈ, ਸਫਾਈ ਦਾ ਹੈ, ਪਵਿੱਤਰਤਾ ਦਾ ਹੈ। ਹੁਣ ਪਵਿੱਤਰਤਾ ਤੇ ਸਫਾਈ 'ਚ ਫਰਕ ਹੈ, ਬਿਲਕੁਲ ਫਰਕ ਹੈ। ਗੋਰੇ ਬੜੇ ਸਾਫ ਸੁਥਰੇ ਲੱਗਦੇ ਆ, ਪਰ ਉਹ ਨਹਾਉਂਦੇ ਨਹੀਂ। ਹਫਤਾ ਡਿਊਡਰੈਂਟ ਲਾਇਆ, ਡਿਊ ਲਾਇਆ, ਕਹਿੰਦੇ ਚੱਲ ਬਈ ਮੇਰਾ ਭਾਈ, ਪਾਏ ਕੱਪੜੇ ਬਦਲੇ, ਠੀਕ ਹੈ, ਉਹ ਸਾਫ ਲੱਗਦੇ ਆ। ਪਵਿੱਤਰਤਾ ਕੀ ਹੈ? ਮਲ ਕੇ ਨਹਾਉਣਾ, ਸਵੱਛਤਾ ਰੱਖਣੀ, ਇਹ ਪਵਿੱਤਰਤਾ ਹੈ। ਸੁੱਚਮ ਰੱਖਣੀ, ਸੁੱਚਮ ਨਾਲ ਵਰਤਣਾ, ਸੁੱਚਮ ਨਾਲ ਖਾਣਾ। ਇਹ ਥੋੜ੍ਹੀ ਆ ਵੀ ਜੇ ਚੁੱਲ੍ਹੇ 'ਤੇ ਰੋਟੀ ਪਈ ਆਪਣੇ ਹੱਥ ਨਾਲ ਚੁੱਕ ਲੈਣੀ ਹੈ, ਬਰਤਨਾਂ 'ਚ ਚੁੱਕ ਲੈਣੀ, ਇਹ ਝੂਠ ਹੈ। ਇੱਕ ਹੱਥ ਕਿਸੇ ਦਾ ਝੂਠਾ ਲੱਗਿਆ, ਅੱਜ ਪਤਾ ਲੱਗਦਾ ਨਾ। ਮੰਨਦੇ ਨਹੀਂ ਸੀ, ਕਹਿੰਦੇ ਲੈ ਬਾਹਮਣਵਾਦ ਆ ਸਿੱਖਾਂ 'ਚ। ਜਦੋਂ ਹੁਣ ਕਰੋਨਾ ਆ ਗਿਆ ਨਾ, ਇਹ ਪਤੰਦਰ ਤੇ ਬਰੱਸ਼ ਕਰਨ ਵੇਲੇ ਵੀ ਸੈਨੀਟਾਈਜ਼ਰ ਕਰਦੇ ਫਿਰਦੇ ਆ। ਹੁਣ ਦਰਵਾਜ਼ਾ ਖੋਲ੍ਹਣਗੇ ਤਾਂ, ਕਾਰ 'ਚ ਚਾਬੀ ਲਾਈ ਤਾਂ, ਕਹਿੰਦੇ ਲੈ ਹੁਣ ਹੈਂਡਲ ਨੂੰ ਲਾ ਕੇ ਫੇਰ ਕਰ ਲਓ। ਹੁਣ ਕਿਉਂ ਹੋ ਰਿਹਾ? ਹੁਣ ਕੀ ਇਹ ਵਹਿਮ ਹੋ ਗਿਆ ਵੀ ਕਿਸੇ ਦੇ ਹੱਥ ਦੀ ਚੀਜ਼ ਨਹੀਂ ਖਾਣੀ, ਵਾਇਰਸ ਹੋ ਜਾਊਗਾ? ਗੁਰੂ ਸਾਹਿਬ ਤੇ ਸਾਧੂ ਸਮਾਜ ਤੇ ਪਹਿਲਾਂ ਹੀ ਕਹਿੰਦਾ ਸੀ ਸੁੱਚਮ ਰੱਖੋ। ਸੁੱਚਮਤਾ ਵੱਡੀ ਹੈ। ਬਾਣੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਤੇਰੇ ਜੀਵਨ ਵਿੱਚ ਕਹਿੰਦੇ ਸੁੱਚਮਤਾ ਹੋਊਗੀ, ਸੱਚ ਤੇਰੇ ਕੋਲ ਤਾਂ ਆਉਣਾ, ਵਰਨਾ ਕਦੇ ਸੱਚਾ ਹੋ ਨਹੀਂ ਸਕਦਾ। ਜਲ ਅੰਮ੍ਰਿਤ ਕਾ ਇਸ਼ਨਾਨ ਕਰੀਜੈ। ਹੁਣ ਉਹ ਸੁੱਚਮਤਾ ਦਾ ਤਰੀਕਾ ਕੀ ਸੀ? ਕਹਿੰਦੇ ਇਸ਼ਨਾਨ ਕਰਨਾ ਪਾਣੀ ਤੇ ਮਿੱਟੀ ਨਾਲ। ਅੱਜ ਨਹੀਂ, ਅੱਜ ਬਿਮਾਰੀਆਂ ਕਿਉਂ ਨੇ ਜੀ? ਸਵੇਰੇ ਸਿਰ 'ਚ ਸ਼ੈਂਪੂ, ਬਾਡੀ ਤੇ ਸੌਪ, ਸ਼ੈਂਪੂ ਆ ਨਾ, ਕੱਪੜੇ ਐਕਸਲ 'ਚ ਧੋਤੇ ਜਾ ਰਹੇ ਮੈਟਿਕ ਦੇ ਵਿੱਚ, ਉਹ ਵੀ ਕੈਮੀਕਲ, ਸਾਬਣ ਵੀ ਕੈਮੀਕਲ, ਦੰਦਾਂ 'ਤੇ ਕੀਤਾ ਬਰੱਸ਼ ਵੀ ਕੈਮੀਕਲ, ਸਿਰ ਵਿੱਚ ਪਾਇਆ ਉਹ ਵੀ ਕੈਮੀਕਲ, ਤੇ ਫਿਰ ਉਹ ਤੋਂ ਬਾਅਦ ਡਿਊਡਰੈਂਟ, ਸਪਰੇਅ, ਕਰੀਮਾਂ, ਕੈਮੀਕਲ। ਜਦੋਂ ਹਰ ਵੇਲੇ ਸਾਡੀ ਚਮੜੀ ਉੱਤੇ ਜ਼ਹਿਰ ਦਾ ਛਿੜਕਾਅ ਹੋਣਾ ਹੈ, ਤੇ ਬੰਦਾ ਕਰੂਗਾ ਕੀ? ਕਦੇ ਸਾਧੂਆਂ ਦਾ ਜੀਵਨ ਜਾ ਕੇ ਵੇਖਿਓ, ਪੁਰਾਣੇ ਸਮੇਂ 'ਚ ਉਹ ਰੇਤੇ ਨਾਲ ਹੱਥ ਮਾਂਜਦੇ ਸੀ। ਕਹਿੰਦੇ ਰੇਤੇ ਤੇ ਪਾਣੀ ਨਾਲ ਹੱਥ ਮਾਂਜਣ ਦਾ ਕਾਰਨ ਹੈ, ਮਿੱਟੀ ਨਾਲ ਕਿਉਂ ਲੋਕ ਸਰੀਰ ਧੋਂਦੇ ਸੀ, ਸਾਫ਼ ਕਰਦੇ ਸੀ? ਕਹਿੰਦੇ ਮਿੱਟੀ ਨੂੰ ਮਿੱਟੀ ਸਾਫ਼ ਕਰਦੀ ਹੈ। ਆਹ ਮਿੱਟੀ ਹੈ ਸਾਡਾ ਸਰੀਰ,
ਇਹਦੇ ਤੇ ਰੇਤਾ ਮਿੱਟੀ ਮਲੀ, ਉਹਦੇ ਨਾਲ ਕੀ ਇਮਿਊਨਿਟੀ ਵੱਧ ਗਈ। ਜਦੋਂ ਹੱਥ ਤੇ ਮਿੱਟੀ ਲਾ ਕੇ ਇਹਨੂੰ ਮਲਿਆ, ਕੀ ਹੋਇਆ? ਆਕਰਸ਼ਣ ਪੈਦਾ ਹੋਇਆ, ਸੇਕ ਨਿਕਲਿਆ। ਉਹ ਸੇਕ, ਉਹ ਹੀਟ ਮਿੱਟੀ ਦੇ ਨਾਲ ਜਦੋਂ ਲੱਗੀ ਹੈ ਨਾ, ਸਰੀਰ ਨਾਲ ਕਿਤੇ ਵੀ ਟੱਚ ਹੋਈ ਤੇ ਉਹਦੇ ਨਾਲ ਇਮਿਊਨਿਟੀ ਬੂਸਟ ਹੋ ਗਈ ਸਾਡੀ, ਮਿਨਰਲ ਮਿਲ ਗਏ। ਅੱਜ ਫਰਸ਼ਾਂ ਤੇ ਰਹਿੰਦੇ ਆ, ਬੈੱਡਾਂ ਤੇ ਸੌਂਦੇ ਆ, ਮਿੱਟੀ ਨੂੰ ਅਸੀਂ ਪੈਰ ਨਹੀਂ ਲੱਗਣ ਦਿੰਦੇ ਵੀ ਮੈਂ ਜਰਾਬਾਂ ਵਗੇ ਰੱਖਣੀਆਂ, ਲੱਗੇ ਨਾ ਤੇ ਬਿਮਾਰ ਹੀ ਹੋਣਾ। ਇਮਿਊਨਿਟੀ ਕਿੱਥੋਂ ਆਊਗੀ ਜਦੋਂ ਧਰਤੀ ਦੇ ਟੱਚ 'ਚ ਸੰਪਰਕ 'ਚ ਰਹਿੰਦਾ ਹੀ ਨਹੀਂ ਤੂੰ। ਤੇ ਸਾਧੂ ਬਿਮਾਰ ਘੱਟ ਕੇ ਹੁੰਦੇ ਆ, ਕਦੇ ਵੇਖਿਓ? ਬੜੇ ਸਾਧੂ ਵੇਖੇ ਆ ਨੰਗੇ ਪੈਰ ਫਿਰਦੇ ਹੋ, ਮਿੱਟੀ ਦੇ ਸੰਪਰਕ 'ਚ ਰਹਿੰਦੇ, ਇਸੇ ਕਰਕੇ ਉਹਨਾਂ ਨੂੰ ਨਾ ਰੋਗ, ਨਾ ਕਰੋਨਾ, ਨਾ ਸ਼ਰੋਨਾ, ਨਾ ਲੈਣ ਨਾ ਦੇਣ ਕੋਈ। ਪਰ ਅਸੀਂ ਰੋਗੀ ਕਿਉਂ ਆ? ਜ਼ਿਆਦਾ ਸ਼ੂਜ਼ ਪਾਉਣ ਵਾਲੇ, ਪਸੀਨੇ ਨਾਲ ਭਰਨ ਵਾਲੇ, ਅੱਜ ਸਾਰੇ ਹੀ ਬਿਮਾਰ ਨੇ। ਇਹੀ ਮਿਲਦੇ ਡਾਕਟਰ ਕੋਲੇ। ਤੁਹਾਨੂੰ ਉਹ ਖੇਤਾਂ 'ਚ ਖੇਤੀ ਕਰਨ ਵਾਲੇ ਬਹੁਤ ਘੱਟ ਮਿਲਣਗੇ, ਜਿਹੜੇ ਮਿੱਟੀ 'ਚ ਸੱਪਾਂ ਦੀਆਂ ਸਿਰੀਆਂ ਦੱਬਦੇ ਫਿਰਦੇ ਆ ਨਾ, ਉਹਨਾਂ ਨੂੰ ਆਹ ਬਿਮਾਰੀਆਂ ਨਹੀਂ ਹੁੰਦੀਆਂ ਜਿਹੜੀਆਂ ਸਾਨੂੰ, ਤੈਨੂੰ, ਮੈਨੂੰ ਲੱਗੀਆਂ ਹੋਈਆਂ ਨੇ। ਗੁਰੂ ਸਾਹਿਬ ਕਹਿੰਦੇ ਸੁਚਮਤਾ ਰੱਖਣੀ ਹੈ, ਮਿੱਟੀ ਪਾਣੀ ਦੇ ਨਾਲ ਇਸ਼ਨਾਨ ਤੇ ਹੱਥ ਧੋਣੇ ਹਨ। ਰਾਗ ਦਵੈਖ ਕੀ ਮਾਲਿਓਰ ਮਾਹੀ। ਕਹਿੰਦੇ ਜਿੱਥੇ ਬਾਹਰ ਨਹਾਉਣਾ ਨਾ ਮਿੱਟੀ ਨਾਲ, ਪਾਣੀ ਨਾਲ। ਅੱਗੇ ਦਰਿਆਵਾਂ 'ਚ ਕਿਉਂ ਨਹਾਉਂਦੇ ਸੀ? ਉਹਦਾ ਕਾਰਨ ਕੀ ਸੀ? ਦਰਿਆ ਚੱਲਦਾ ਸੀ, ਮਿੱਟੀ ਦੇ ਵਿੱਚੋਂ ਵਹਿੰਦਾ ਸੀ, ਮਿਨਰਲ ਸੀ ਉਹਦੇ 'ਚ, ਸਰੀਰ ਨਾਲ ਲੱਗ ਜਾਂਦੇ ਸੀ, ਪਾਣੀ ਮੂੰਹ 'ਚ ਚਲਿਆ ਜਾਂਦਾ ਸੀ, ਸਿਰ 'ਚ ਵੀ ਪੈ ਜਾਂਦਾ ਸੀ, ਸਿਹਤਮੰਦ ਰਹਿੰਦਾ ਸੀ ਬੰਦਾ, ਕਿਉਂਕਿ ਮਿੱਟੀ ਸਾਡੀ ਪੈਦਾਇਸ਼ ਹੈ, ਉਹ ਤੋਂ ਬਣੇ ਆ। ਗੁਰੂ ਸਾਹਿਬ ਕਹਿੰਦੇ ਇਕੱਲਾ ਇਹ ਨਹੀਂ ਰੱਖਣਾ ਵੀ ਮਿੱਟੀ ਨਾਲ ਮਾਂਜ ਲਿਆ, ਹੱਥ ਧੋ ਲਏ, ਨਹਾ ਲਿਆ, ਇਹ ਸੁੱਚਮ ਨਹੀਂ। ਕਹਿੰਦੇ ਮਨ ਕਰਕੇ ਰਾਗ ਤੇ ਦਵੈਖ, ਰਾਗ ਨਾਮ ਹੈ ਬਹੁਤਾ ਮੋਹ, ਦਵੈਖ ਨਾਮ ਈਰਖਾ। ਕਹਿੰਦੇ ਗੁਰੂ ਦੇ ਪ੍ਰੇਮ ਨਾਲ ਇਹਨਾਂ ਨੂੰ ਵੀ ਮਾਂਜਣਾ। ਆਖੋ ਸਤਨਾਮ। ਬਾਹਰੋਂ ਨਹਾਉਂਦਾ ਫਿਰ ਹਾਏ ਓਏ ਹੱਥ ਲਾਤਾ ਪਰਾਂ ਜਾ, ਝੂਠਾ ਕਰਤਾ। ਅੱਜ ਤੇ ਜ਼ਹਿਰ ਭਰਿਆ ਸਾਡੇ ਸਿੱਖਾਂ 'ਚ, ਲੰਘਣੇ ਨਹੀਂ ਦਿੰਦੇ ਕਿਸੇ ਨੂੰ। ਓਏ ਨਹਾ ਕੇ ਆਇਆ ਸੀ ਗੁਰਦੁਆਰੇ, ਚੱਲ ਬਾਹਰ। ਵੀ ਬਾਬਾ ਜੇ ਤੇਰਾ ਪਤਾ ਲੱਗ ਗਿਆ ਤੂੰ ਕਿੰਨੇ ਦਿਨਾਂ ਬਾਅਦ ਨਹਾਉਣਾ, ਫਿਰ ਕੀ ਕਰੇਗਾ? ਬੜਾ ਕੁਝ ਚੱਲਦਾ ਇੱਥੇ ਸਮਾਜ ਵਿੱਚ। ਦੀਨ ਦੁਨੀਆ ਦੇ ਮਾਲਕ ਕਹਿੰਦੇ ਅੰਦਰ ਦੀ ਰਾਗ ਦਵੈਖ ਵੀ ਮਟਾਉਣੀ ਪੈਣੀ ਹੈ, ਕੱਲੀ ਬਾਹਰ ਦੀ ਮੈਲ ਨਹੀਂ, ਮਨ ਦੀ ਸੁਚਮਤਾ ਰੱਖਣੀ ਪੈਣੀ ਹੈ। ਤਜ ਕਰ ਸੋਚ ਕਰਤ ਹੈ ਤਾਹੀ। ਕਹਿੰਦੇ ਸਾਧੂ ਇਸੇ ਕਰਕੇ ਮਨ ਸੁਧਾਰਨ ਤੇ ਜ਼ਿਆਦਾ ਜ਼ੋਰ ਦਿੰਦੇ ਆ। ਜੇ ਤੂੰ ਬਾਰ-ਬਾਰ ਦਾ ਇਸ਼ਨਾਨ ਕਰਦਾ ਫਿਰੇਗਾ ਨਾ, ਉੱਥੇ ਬਾਣੀ ਨੇ ਬੜੀਆਂ ਗੱਲਾਂ ਕਹੀਆਂ ਨੇ। ਸਤਿਗੁਰ ਕਹਿੰਦੇ ਭਾਈ ਇਹੋ ਜਿਹੇ ਨਹਾਉਣ ਦਾ ਕੀ ਫਾਇਦਾ ਹੈ? ਬਾਹਰ ਤੇ ਨਹਾਉਂਦਾ ਫਿਰਦਾ ਗੰਗਾ ਜਮਨਾ ਗੋਦਾਵਰੀ, ਉਹ ਪਾਪ ਥੋੜੀ ਤਾਰੂਗੀ। ਪਾਪ ਤੇ ਉਦੋਂ ਲੱਥਣੇ ਆ ਜਿੱਦਣ ਮਨ ਦਾ ਇਸ਼ਨਾਨ ਹੋ ਗਿਆ। ਉਹ ਕਿਵੇਂ ਹੋਣਾ? ਨਾਮ ਜਪੀਆਂ ਤੋਂ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਸਾ ਪੂਨ ਲਈਐ ਹੋ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਵੇਂ ਕੈ ਰੰਗ। ਕਹਿੰਦੇ ਕੱਪੜੇ ਤੇ ਧੋ ਲੇਗਾ ਸਾਫ਼ ਹੋ ਜਾਣਗੇ ਸਾਬਣਾਂ ਦੇ ਨਾਲ, ਮੱਤ ਤੇਰੀ ਪਾਪਾਂ ਨਾਲ ਭਰੀ ਆ, ਰਾਗ ਦਵੈਖ ਨਾਲ, ਇਹ ਧੋਤੀ ਜਾਣੀ ਪਰਮੇਸ਼ਰ ਦੇ ਨਾਮ ਨਾਲ। ਵਾਹਿਗੁਰੂ 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 ਵਾਹਿਗੁਰੂ।